ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਸਰਹੱਦ ਤੇ ਹੁੰਦੀ ਹਵਾਈ ਹਲਚਲ ਦੀ ਤੇ ਉਸ ਦੇ ਉੱਤੇ ਹੁੰਦੀ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਦੀ। ਪਾਕਿਸਤਾਨ ਦੇ ਵਿੱਚ ਬੈਠੇ ਦੇਸ਼ ਦੇ ਦੁਸ਼ਮਣ ਡਰੋਨ ਉਡਾਉਂਦੇ ਨੇ, ਨਸ਼ਾ ਤੇ ਹਥਿਆਰਾਂ ਦੀ ਸਪਲਾਈ ਦੀ ਕੋਸ਼ਿਸ਼ ਕਰਦੇ ਨੇ ਔਰ ਇਹ ਡਰੋਨ ਉੱਡਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ। ਪਰ ਸਾਡੇ ਇੱਥੇ ਡਰੋਨ ਦੇ ਖੰਭ ਕਿਵੇਂ ਵੱਢੇ ਜਾਣ ਇਸ ਦੇ ਉੱਤੇ ਧਿਆਨ ਦੇਣ ਦੀ ਥਾਂ ਸਿਆਸੀ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ। ਜ਼ਿੰਮੇਵਾਰੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਅੱਜ ਇਸ ਚਰਚਾ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਦੋ ਚੀਜ਼ਾਂ ਦੇ ਉੱਤੇ ਫੋਕਸ ਜਾਂ ਸਵਾਲ ਕਰਨ ਦੀ। ਪਹਿਲਾ ਕਿ ਵਾਕਈ ਜੇਕਰ ਡਰੋਨ ਘੁੰਮ ਰਿਹਾ ਹੈ ਜਾਂ ਫਿਰ ਉੱਥੇ ਡਰੋਨ ਦੀ ਵਜ੍ਹਾ ਦੇ ਨਾਲ ਕੋਈ ਨਸ਼ੇ ਦੀ ਸਪਲਾਈ ਜਾਂ ਹਥਿਆਰਾਂ ਦੀ ਸਪਲਾਈ ਪੰਜਾਬ ਦੇ ਵਿੱਚ ਹੋ ਰਹੀ ਹੈ ਤਾਂ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ। ਤੇ ਦੂਜੀ ਗੱਲ, ਜੇ ਡਰੋਨ ਉੱਡ ਰਹੇ ਨੇ ਉਹ ਕਦੇ ਗੁਰਦਾਸਪੁਰ ਦੇ ਇਲਾਕੇ 'ਚ, ਕਦੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਜਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਰੋਕਣ ਦੇ ਲਈ ਕਿ ਉਹ ਨਾ ਹਿੰਦੁਸਤਾਨ ਦੀ ਹੱਦ ਦੇ ਵਿੱਚ ਆਉਣ, ਉਸ ਦੇ ਲਈ ਕੀਤਾ ਕੀ ਜਾ ਰਿਹਾ ਹੈ। ਕਿ ਸਿਰਫ ਕੇਂਦਰ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਸਰਹੱਦੀ ਸੁਰੱਖਿਆ BSF ਦੇ ਕੋਲ ਹੈ। BSF ਜੇ ਦੇਖਿਆ ਜਾਵੇ ਇੱਕ ਤਰੀਕੇ ਨਾਲ ਕੇਂਦਰ ਦੀ ਸਰਕਾਰ ਦੇ ਅਧੀਨ ਆਏਗੀ। ਤਾਂ ਹੁਣ ਸਵਾਲ ਕੀ ਹੈ ਕਿ ਕੇਂਦਰ ਦੇ ਉੱਤੇ ਉਂਗਲ ਚੁੱਕੀ ਜਾਵੇ ਜਾਂ ਦੂਜੇ ਪਾਸੇ ਕਿ ਪੰਜਾਬ ਸਟੇਟ ਤੇ ਸੈਂਟਰ ਮਿਲ ਕੇ ਇਸ ਮੁਤਲਕ ਕੋਈ ਵੱਡਾ ਫੈਸਲਾ ਜਾਂ ਵੱਡਾ ਕੋਈ ਕਦਮ ਜਾਂ ਰਣਨੀਤੀ ਬਣਾ ਸਕਦੇ ਨੇ। ਅੱਜ ਇਸ ਦੇ ਉੱਤੇ ਹੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖੈਰ, ਡਰੋਨ ਨੂੰ ਲੈ ਕੇ ਕੀਤਾ ਕੀ ਜਾ ਰਿਹਾ ਉਸ ਨੂੰ ਲੈ ਕੇ ਦਾਅਵੇ ਤਾਂ ਬਹੁਤ ਸਾਰੇ ਨੇ ਪਰ ਸਿਆਸਤ ਦਾ ਦੌਰ ਵੀ ਜਾਰੀ ਹੈ। पंजाब से ड्रोन से ड्रग्स भी आया और असला भी आया। पंजाब से निकल करके गए, हरियाणा की पुलिस ने उनको पकड़ लिया लेकिन पंजाब की पुलिस नहीं पकड़ सकी। यह परिस्थितियां पंजाब की कानून व्यवस्था ਨੂੰ ਲੈ ਕੇ ਸਿਆਸੀ ਪਾਰਾ ਸਿਖਰ ਤੇ ਹੈ, ਜਿਸ ਨੂੰ ਲੈ ਕੇ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਜਗ੍ਹਾ ਸੀ ਲੁਧਿਆਣਾ ਤੇ ਸੰਬੋਧਨ ਸੀ BJP ਕੌਮੀ ਪ੍ਰਧਾਨ JP ਨੱਡਾ ਦਾ। ਨੱਡਾ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਮਾਨ ਸਰਕਾਰ ਨੂੰ ਖੂਬ ਨਿਸ਼ਾਨੇ ਤੇ ਲਿਆ। ਜ਼ਿਕਰ ਮੋਹਾਲੀ ਬਲਾਸਟ ਨੂੰ ਲੈ ਕੇ ਪਾਕਿਸਤਾਨ ਤੋਂ ਆਉਂਦੇ ਡਰੋਨਾਂ ਦਾ ਕੀਤਾ ਤੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਸਰਕਾਰ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਫੇਲ ਸਾਬਤ ਹੋਈ ਹੈ। मोहाली में RPG चला कि नहीं चला? रॉकेट से ग्रेनेड फेंका गया कि नहीं फेंका गया? आप बताइए, महिलाओं पर अत्याचार बढ़ा है कि नहीं बढ़ा है? ये आम आदमी पार्टी की सरकार का पंजाब का ट्रैक रिकॉर्ड हमको देखने को मिलता है। JP ਨੱਡਾ ਨੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤਾਂ ਕੋਈ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵੀ ਜਵਾਬ ਆ ਗਿਆ। ਬੈਂਸ ਨੇ ਕਿਹਾ ਕਿ ਜੇ ਪਾਕਿਸਤਾਨ ਤੋਂ ਡਰੋਨ ਆਉਂਦੇ ਨੇ ਤਾਂ ਇਹ ਕੇਂਦਰੀ ਮੰਤਰੀ ਤੇ BSF ਦੀ ਨਾਕਾਮੀ ਹੈ। ਮੈਂ ਦੱਸ ਦਿੰਦਾ ਜੀ, ਇਹਦੇ ਵਿੱਚ ਜਿਹੜਾ ਫੇਲੀਅਰ ਹੈ ਇਹ ਕੇਂਦਰੀ ਗ੍ਰਹਿ ਮੰਤਰੀ ਦਾ ਫੇਲੀਅਰ ਹੈ। BSF ਇਜ਼ ਲੁਕਿੰਗ ਆਫਟਰ। ਕਿਉਂ? ਦੇਸ਼ ਦੀ ਸੁਰੱਖਿਆ ਜੇ ਡਰੋਨ ਆਉਂਦੇ ਆ ਸਿਰਫ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ? ਕਿਹਦੀ ਜ਼ਿੰਮੇਵਾਰੀ ਹੈ? ਕਿਉਂ ਨਹੀਂ ਉਹ ਕਰਦੇ? ਇਟ ਇਜ਼ ਅ ਫੇਲੀਅਰ ਆਫ BSF। ਡਰੋਨਾਂ ਤੇ ਹੋ ਰਹੀ ਸਿਆਸਤ ਦੇ ਵਿਚਾਲੇ ਸਰਹੱਦੀ ਇਲਾਕੇ ਦੇ ਵਿੱਚ ਡਰੋਨ ਦੀ ਹਲਚਲ ਲਗਾਤਾਰ ਜਾਰੀ ਹੈ। ਤਾਜ਼ਾ ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਬਮਿਆਲ ਬਾਰਡਰ ਤੇ ਮੁੜ ਡਰੋਨ ਦੇਖਿਆ ਗਿਆ, ਜਿਸ ਦੇ ਬਾਅਦ BSF ਦੇ ਜਵਾਨ ਹਰਕਤ ਵਿੱਚ ਆਏ, ਫਾਇਰਿੰਗ ਕੀਤੀ ਗਈ ਤੇ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ। ਤੇ ਇਸ ਤਰ੍ਹਾਂ ਬਾਰਡਰ ਸਾਈਡ ਤੇ ਕੋਈ ਡਰੋਨ ਐਕਟੀਵਿਟੀ ਜਿਹੜੀ ਹੈ ਉਹ BSF ਦੇ ਅਧਿਕਾਰੀਆਂ ਵੱਲੋਂ ਦੇਖੀ ਗਈ ਹੈ। ਉਸੇ ਵੇਲੇ ਆਪਾਂ ਆਪਣੀ ਪੁਲਿਸ ਫੋਰਸ ਨਾਲ ਲੈ ਕੇ, ਕਮਾਂਡੋ ਦੋਸਤਾਂ ਨਾਲ ਲੈ ਕੇ ਜਿਹੜਾ ਕਿ ਆਪਾਂ ਬਾਰਡਰ ਤੇ ਪਹੁੰਚ ਗਏ। SHO ਨਰੋਟ ਜੈਮਲ ਸਿੰਘ, ਚੌਂਕੀ ਇੰਚਾਰਜ ਬੰਬਿਆਲ। ਜਦੋਂ BSF ਦਾ ਦਾਇਰਾ 15 ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਤਾਂ ਇਸ ਮੁੱਦੇ ਤੇ ਖੂਬ ਸਿਆਸਤ ਹੋਈ। ਫੈਸਲੇ ਦੇ ਪੱਖ ਤੇ ਵਿਰੋਧ ਦੇ ਵਿੱਚ ਬਥੇਰੇ ਤਰਕ ਦਿੱਤੇ ਗਏ, ਪਰ ਸਵਾਲ ਤਾਂ ਇਹ ਵੀ ਬਣਦਾ ਹੈ ਕਿ ਉਸ ਫੈਸਲੇ ਦਾ ਜ਼ਮੀਨੀ ਪੱਧਰ ਤੇ ਅਸਰ ਕੀ ਹੋਇਆ ਤੇ ਜੇ ਅਸਰ ਹੋਇਆ ਤਾਂ ਫਿਰ ਪਾਕਿਸਤਾਨ ਤੋਂ ਡਰੋਨ ਕਿਵੇਂ ਆ ਰਹੇ ਨੇ? ਲਗਾਤਾਰ ਹੋ ਰਹੀ ਹਥਿਆਰ ਤੇ ਡਰੱਗ ਸਮਗਲਿੰਗ ਕਿਉਂ ਨਹੀਂ ਰੁਕ ਰਹੀ? ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ BSF ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਤੇ ਕੇਂਦਰ ਦੀ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਪੰਜਾਬ ਦੇ ਮੰਤਰੀਆਂ ਦੇ ਵੱਲੋਂ, ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ। ਹੁਣ ਸਵਾਲ ਇਹ ਵੀ ਹੈ ਕਿ ਜੇਕਰ ਬਾਰਡਰ ਦਾ ਇਲਾਕਾ BSF ਦੇ ਕੋਲ ਹੈ 50 ਕਿਲੋਮੀਟਰ ਦਾ, ਤਾਂ ਉਸ ਤੋਂ ਬਾਅਦ ਜੇਕਰ ਹਥਿਆਰ ਬਾਹਰ ਆ ਗਏ, ਯਾਨੀ ਕਿ ਉਹ 50 ਕਿਲੋਮੀਟਰ ਤੋਂ ਬਾਹਰ ਆਏ ਤੇ ਕਿਸੇ ਦੂਜੀ ਸਟੇਟ ਦੇ ਵਿੱਚ ਪਹੁੰਚਦੇ ਨੇ ਜਾਂ ਪੰਜਾਬ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਪਹੁੰਚਦੇ ਨੇ, ਤਾਂ ਕਿ ਉਸ ਦੇ ਵਿੱਚ ਪੰਜਾਬ ਪੁਲਿਸ ਦੀ ਵੀ ਜਵਾਬਦੇਹੀ ਬਣਦੀ ਹੈ ਕਿਉਂਕਿ ਕਾਨੂੰਨ ਵਿਵਸਥਾ ਪੰਜਾਬ ਪੁਲਿਸ ਦੇ ਜ਼ਿੰਮੇ ਹੈ ਤੇ ਇਸ ਕਰਕੇ ਪੰਜਾਬ ਪੁਲਿਸ ਨੂੰ ਲੈ ਕੇ ਵੀ ਸਵਾਲ ਤਾਂ ਬਹੁਤ ਉੱਠਦੇ ਨੇ। ਖੈਰ, BJP ਤੇ ਇਸ ਸਮੇਂ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਜ਼ਰੂਰ ਕਰ ਰਹੇ ਨੇ।
ਇਸ ਦੇ ਉੱਤੇ ਚਰਚਾ ਕਰਾਂਗੇ। ਸਾਡੇ ਨਾਲ ਆਰਪੀਐਸ ਮਲਹੋਤਰਾ ਜੀ ਜੁੜ ਰਹੇ ਨੇ, ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਮਲਹੋਤਰਾ ਜੀ ਤੁਹਾਡਾ। ਸਾਡੇ ਨਾਲ ਜੈਬੰਸ ਜੀ ਜੁੜ ਰਹੇ ਨੇ, ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਆਰਕੇ ਭਾਰਗਵ ਜੀ ਜੁੜਨਗੇ ਕੁਝ ਹੀ ਪਲਾਂ ਦੇ ਵਿੱਚ, ਸਾਬਕਾ ਡੀਆਈਜੀ ਬੀਐਸਐਫ, ਕਿਉਂਕਿ ਬੀਐਸਐਫ ਦੇ ਨਾਲ ਪੂਰਾ ਮਾਮਲਾ ਜੁੜਿਆ ਹੋਇਆ ਹੈ। ਸਾਡੀ ਕੋਸ਼ਿਸ਼ ਹੈ ਕਿ ਬੀਐਸਐਫ ਦੇ ਵੱਡੇ ਅਧਿਕਾਰੀ ਜੋ ਰਹਿ ਚੁੱਕੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਅਸੀਂ ਕਰਾਂਗੇ ਕਿ ਆਖਿਰ ਜਵਾਬਦੇਹੀ ਕਿਸ ਦੀ ਹੈ ਔਰ ਪੂਰਾ ਬੀਐਸਐਫ ਆਪਰੇਟ ਕਿਵੇਂ ਕਰਦਾ, ਖਾਸ ਤੌਰ ਤੇ ਬਾਰਡਰ ਇਲਾਕੇ ਦੇ ਵਿੱਚ। ਕੁਝ ਹੀ ਪਲਾਂ ਦੇ ਵਿੱਚ ਆਰਕੇ ਭਾਰਗਵ ਜੀ ਸਾਡੇ ਨਾਲ ਜੁੜਨਗੇ। ਮੈਂ ਸ਼ੁਰੂਆਤ ਕਰਦਾ ਜੈਬੰਸ ਜੀ ਤੇ ਸਾਡੇ ਨਾਲ ਆਰਪੀਐਸ ਮਲਹੋਤਰਾ ਸਾਹਿਬ ਜੁੜੇ ਹੋਏ ਨੇ। ਮਲਹੋਤਰਾ ਜੀ, ਸ਼ੁਰੂਆਤ ਤੁਹਾਡੇ ਤੋਂ। ਕੇਂਦਰ ਸਰਕਾਰ ਦੀ ਸਿੱਧੀ ਜ਼ਿੰਮੇਵਾਰੀ ਕਿਵੇਂ ਨਜ਼ਰ ਆਉਂਦੀ ਹੈ, ਕਿਉਂਕਿ ਲੁਧਿਆਣਾ ਦੇ ਵਿੱਚ ਜੇਪੀ ਨੱਡਾ ਪਹੁੰਚੇ, ਪੰਜਾਬ ਸਰਕਾਰ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਤੇ ਉਹ ਸਵਾਲ ਕਰ ਰਹੇ ਨੇ ਕਿ ਡਰੋਨ ਦੇ ਜ਼ਰੀਏ ਪੰਜਾਬ ਆਇਆ ਤੇ ਪੰਜਾਬ ਤੋਂ ਅਗਲੀਆਂ ਸਟੇਟਾਂ ਤੱਕ ਹਥਿਆਰ ਨਸ਼ਾ ਪਹੁੰਚਿਆ ਹੈ। ਦੇਖੋ, ਜੇਪੀ ਜੀ ਨੇ ਜੋ ਕੁਝ ਵੀ ਉੱਥੇ ਕਿਹਾ ਹੈਗਾ ਹੈ, ਮੇਰੇ ਖਿਆਲ ਨਾਲ ਸਾਰਿਆਂ ਨੂੰ ਬਹੁਤ ਹੀ ਤਰਕ ਵਿਹੀਨ ਲੱਗਦਾ ਹੈ। ਕਿਉਂਕਿ ਬਾਰਡਰ ਦੀ ਰਖਵਾਲੀ ਦੀ ਜ਼ਿੰਮੇਵਾਰੀ ਕਿਸ ਦੀ ਹੈਗੀ ਹੈ? ਕੇਂਦਰ ਦੀ ਹੈ ਨਾ। ਬੀਐਸਐਫ ਲਗਾਈ ਪਈ ਹੈ ਇਹਨਾਂ ਨੇ, 15 ਕਿਲੋਮੀਟਰ ਤੋਂ ਵਧਾ ਕੇ ਉਹਦਾ ਘੇਰਾ 50 ਕਿਲੋਮੀਟਰ ਇਹਨਾਂ ਨੇ ਕਰ ਲਿਆ। ਹਰ ਸ਼ਹਿਰ ਵਿੱਚ, ਦੇਸ਼ ਦੇ ਚੱਪੇ ਵਿੱਚ ਇਹਨਾਂ ਕੋਲ ਇੰਟੈਲੀਜੈਂਸ ਏਜੰਸੀਜ਼ ਹੈਗੀਆਂ। ਇੰਟਰਨੈਸ਼ਨਲ ਕਾਲਸ ਨੂੰ ਇੰਟਰਸੈਪਟ ਕਰਨ ਦੀ ਅਥਾਰਟੀ ਕਿਹਦੇ ਕੋਲ ਹੈ? ਸੈਂਟਰਲ ਇੰਟੈਲੀਜੈਂਸ ਏਜੰਸੀਜ਼ ਦੇ ਕੋਲ ਹੈਗੀ ਹੈ। ਸੋ ਇਸ ਸਭ ਤੇ ਹੁੰਦੇ ਹੋਏ ਜੇ ਆਰਪੀਜੀਜ਼ ਆਉਂਦੇ ਨੇ ਔਰ ਗ੍ਰੇਨੇਡ ਲਾਂਚਰਸ ਦੇਸ਼ ਵਿੱਚ ਆਉਂਦੇ ਨੇ ਔਰ ਡਰੋਨਸ ਆਉਂਦੇ ਨੇ, ਤਾਂ ਜ਼ਿੰਮੇਵਾਰੀ ਕਿਸ ਦੀ ਹੋਈ? ਠੀਕ ਹੈ, ਪੰਜਾਬ ਪੁਲਿਸ ਦੀ ਵੀ ਕੁਝ ਜ਼ਿੰਮੇਵਾਰੀ ਹੈ। ਉਹ ਗਰਾਊਂਡ ਲੈਵਲ ਤੇ ਉਹਨਾਂ ਨੇ ਜਿਹੜਾ ਉਹ ਸਿਕਿਉਰਿਟੀ ਦੇਖਣੀ ਹੈ, ਉਹ ਬੜੀ ਅੱਛੀ ਤਰ੍ਹਾਂ ਦੇਖ ਰਹੇ ਨੇ। ਲੇਕਿਨ ਬਾਰਡਰ ਜੇ ਕ੍ਰਾਸ ਕੀਤਾ ਜਾਂਦਾ, ਬਾਰਡਰ ਪਾਰੋਂ ਕੋਈ ਚੀਜ਼ ਆਉਂਦੀ ਹੈ, ਤਾਂ ਇਸ ਦੀ ਤਾਂ ਸਿੱਧੀ ਜ਼ਿੰਮੇਵਾਰੀ ਸੈਂਟਰ ਦੀ ਹੋਈ। ਮਤਲਬ ਤੁਸੀਂ ਪੰਜਾਬ ਪੁਲਿਸ ਨੂੰ ਕਲੀਨ ਚਿਟ ਦੇ ਰਹੇ ਹੋ? ਬਿਲਕੁਲ। ਜਿੱਥੇ ਤੱਕ ਬਾਰਡਰ ਕ੍ਰਾਸ ਕਰਨ ਦੀ ਗੱਲ ਹੈਗੀ ਹੈ, ਸੈਂਟਰ ਫੋਰਸਿਸ, ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਠੀਕ ਹੈ। ਜੈਬੰਸ ਜੀ ਸਾਡੇ ਨਾਲ ਜੁੜੇ ਹੋਏ ਨੇ। ਜੈਬੰਸ ਜੀ, ਸਿੱਧਾ ਸਵਾਲ ਹੈ, ਕੇਂਦਰ ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਨੇ। ਤੁਸੀਂ ਬਿਆਨ ਸੁਣਿਆ ਹੋਵੇਗਾ ਹਰਜੋਤ ਬੈਂਸ ਦਾ, ਪੰਜਾਬ ਦੇ ਮੰਤਰੀ ਨੇ, ਤੇ ਕਹਿ ਰਹੇ ਨੇ ਕਿ ਫੇਲਿਅਰ ਹੈ ਬੀਐਸਐਫ ਦਾ, ਕੇਂਦਰੀ ਗ੍ਰਹਿ ਮੰਤਰਾਲੇ ਦਾ। ਥੈਂਕ ਯੂ ਗੌਰਵ ਜੀ। ਪਹਿਲੀ ਗੱਲ ਤੇ ਮੈਂ ਬਹੁਤ ਖੁਸ਼ ਹਾਂ, ਪਿਛਲੀ ਡਿਬੇਟ ਜਦੋਂ ਹੋਈ ਸੀਗੀ ਇਹਦੇ ਉੱਤੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਗਰ ਐਕਸਪਰਟ ਬੈਠੇ ਹੋਣ ਤਾਂ ਬਹੁਤ ਚੰਗੀ ਗੱਲ ਹੈ। ਤੁਸੀਂ ਅੱਜ ਬੀਐਸਐਫ ਦਾ ਐਕਸਪਰਟ ਬੁਲਾਇਆ ਤੇ ਅਸੀਂ ਵੀ ਦੋਵੇਂ ਆਰਮੀ ਅਫਸਰਸ ਪੁਰਾਣੇ ਬੈਠੇ ਹੋਏ ਹਾਂ ਤੇ ਅੱਜ ਦੀ ਡਿਬੇਟ ਕਾਫੀ ਅੱਛੀ ਰਹੇਗੀ। ਮੈਂ ਇਹ ਜਿਹੜੀ ਡਿਬੇਟ ਹੈ ਐਜ਼ ਲੈਸ ਐਜ਼ ਅ ਬੀਜੇਪੀ ਪਰਸਨ ਐਂਡ ਮੋਰ ਐਜ਼ ਅ ਪੈਟਰੀਓਟ ਐਂਡ ਅ ਸੋਲਜਰ ਉਹ ਕਰਨ ਦੀ ਕੋਸ਼ਿਸ਼ ਕਰਾਂਗਾ ਜੀ। ਤੇ ਗੌਰਵ ਜੀ, ਸਿੱਧੀ ਗੱਲ ਇਹ ਹੈਗੀ ਹੈ, ਇੱਕ ਹੋਰ ਪ੍ਰਿੰਸੀਪਲ ਹੁੰਦਾ ਸਿਕਿਉਰਿਟੀ ਦਾ, that every person, every individual is responsible for his own security। ਤੇ ਇਹ ਪ੍ਰਿੰਸੀਪਲ ਕਦੀ ਜ਼ਿੰਦਗੀ 'ਚ ਭੁੱਲਣਾ ਨਹੀਂ ਚਾਹੀਦਾ। ਅਲਟੀਮੇਟਲੀ ਜਦੋਂ ਅਸੀਂ ਬੇਸ਼ੱਕ ਦੇਖਦੇ ਰਹੀਏ ਸੈਂਟਰ ਦੇ ਵੱਲ ਜਾਂ ਕੁਝ ਕਰਦੇ ਰਹੀਏ, ਤੇ ਅਲਟੀਮੇਟਲੀ ਪੰਜਾਬ ਦੀ ਸਿਕਿਉਰਿਟੀ ਦਾ ਜਿਹੜਾ ਪ੍ਰੋਬਲਮ ਹੈ, ਇਸ਼ੂ ਹੈ, ਉਹ ਸਾਡਾ ਆਪਣਾ ਹੈ ਤੇ ਸਾਡੀ ਹੀ ਗਵਰਨਮੈਂਟ ਦਾ ਹੈ, ਉਹਨੂੰ ਹੀ ਕਰਨਾ ਚਾਹੀਦਾ ਹੈ। ਮੈਂ ਯਾਦ ਕਰਾਉਣਾ ਚਾਹੁੰਦਾ ਕਿ ਜਿਹੜਾ ਮਿਲੀਟੈਂਸੀ ਹੈ, ਮਲਹੋਤਰਾ ਸਾਹਿਬ ਨੂੰ ਅੱਛੀ ਤਰ੍ਹਾਂ ਪਤਾ ਹੈ, ਪੰਜਾਬ ਦੇ ਵਿੱਚ ਮਿਲੀਟੈਂਸੀ ਜਦੋਂ ਖਤਮ ਉਦੋਂ ਹੋਈ ਜਦੋਂ ਪੰਜਾਬ ਦੇ ਲੋਕ ਉਹਨੂੰ ਖਤਮ ਕਰਨਾ ਚਾਹੁੰਦੇ ਸੀ। ਕਸ਼ਮੀਰ ਦੇ ਵਿੱਚ ਵੀ ਮਿਲੀਟੈਂਸੀ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਉਹਨੂੰ ਰਿਜੈਕਟ ਕੀਤਾ ਤੇ ਫਿਰ ਜਾ ਕੇ ਮਿਲੀਟੈਂਸੀ ਖਤਮ ਹੋਈ। ਇਸ ਵੇਲੇ ਕਸ਼ਮੀਰ ਦੇ ਵਿੱਚ ਪੁਲਿਸ, ਪੈਰਾਮਿਲਟਰੀ ਤੇ ਆਰਮੀ ਦਾ ਪਰਫੈਕਟ ਸਾਇਨਰਜੀ ਚੱਲ ਰਹੀ ਹੈ, ਪਰਫੈਕਟ ਸਾਇਨਰਜੀ। ਤੇ ਇਟ ਇਜ਼ ਬਿਕੋਜ਼ ਆਫ ਦੈਟ ਸਾਇਨਰਜੀ। ਉਹਨਾਂ ਦੇ ਇੱਕ ਮਲਟੀ ਏਜੰਸੀ ਸੈਂਟਰ ਹੈ ਜਿਹਦੇ ਵਿੱਚ ਉਹ ਸ਼ੇਅਰ ਕਰਦੇ ਨੇ ਇੱਕ ਦੂਸਰੇ ਦੇ ਨਾਲ ਇਨਫੋਰਮੇਸ਼ਨ। ਇੱਕ ਇਨਸਰਜੈਂਟ, ਇੱਕ ਟੈਰਰਿਸਟ ਦੀ ਲੋਕੇਸ਼ਨ ਦੀ ਪੁਲਿਸ ਦਿੰਦੀ ਹੈ, ਉਹਦੇ ਉੱਤੇ ਕਾਊਂਟਰ ਟੈਰਰਿਸਟ ਆਪਰੇਸ਼ਨ ਆਰਮੀ ਕਰਦੀ ਹੈ, ਦੋਨੋਂ ਇਕੱਠੇ ਜੁਆਇੰਟ ਆਪਰੇਸ਼ਨ ਕਰਦੇ ਨੇ। ਸੋ ਇਹ ਜਿਹੜੀ ਸਿਕਿਉਰਿਟੀ ਦਾ ਇਸ਼ੂ ਹੁੰਦਾ ਹੈ, ਉਹਦੇ ਉੱਤੇ ਪੋਲੀਟੀਸ਼ੀਅਨਸ ਜਿੱਦਾਂ ਆਮ ਆਦਮੀ ਪਾਰਟੀ ਦੇ ਜੋ ਵੀ ਹੈਗੇ ਸੀਗੇ ਮੰਤਰੀ, ਉਹ ਕਰਦੇ ਨੇ ਥੋੜੀ ਬਹੁਤੀ ਟਿੱਪਣੀ, ਉਹ ਤੇ ਮੈਂ ਮੰਨ ਲੈਣਾ, ਵੈਸੇ ਤੇ ਕਰਨੀ ਨਹੀਂ ਚਾਹੀਦੀ। ਹਿੰਦੁਸਤਾਨ ਦੀ ਪਰੰਪਰਾ ਰਹੀ ਹੈ ਕਿ ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਕਦੀ ਟਿੱਪਣੀ ਨਹੀਂ ਹੁੰਦੀ। ਸਿਕਿਉਰਿਟੀ ਇਸ਼ੂਜ਼ ਦੇ ਵਿੱਚ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹ ਹਮੇਸ਼ਾ ਗਵਰਨਮੈਂਟ ਦਾ ਸਮਰਥਨ ਕਰਦੀਆਂ ਨੇ। ਅਟਲ ਬਿਹਾਰੀ ਵਾਜਪਾਈ ਜੀ ਨੇ ਵੀ ਇੰਦਰਾ ਗਾਂਧੀ ਦਾ ਸਮਰਥਨ ਕੀਤਾ ਸੀਗਾ। ਆਪਰੇਸ਼ਨ ਕਾਰਗਿਲ ਦੇ ਵਿੱਚ ਕਾਂਗਰਸ ਨੇ ਵੀ ਪੂਰਾ ਸਮਰਥਨ ਕੀਤਾ ਸੀਗਾ। ਸੋ ਇਹ ਜਿਹੜੀ ਹੈਗੀ ਹੈ, ਇਹ ਜਿਹੜੀ ਲੜਾਈ ਹੈ, ਇਹ ਹੋਣੀ ਨਹੀਂ ਚਾਹੀਦੀ। ਇਹਨੂੰ ਰੋਕਣਾ ਸਾਡੇ ਵਾਸਤੇ ਬਹੁਤ ਅੱਛਾ ਹੈ। ਨੱਡਾ ਜੀ ਨੇ ਆ ਕੇ ਇੱਥੇ ਸਿਰਫ ਇੱਕ ਹੈਡਸ ਅਪ ਦਿੱਤਾ ਸੀਗਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਹੋਣੀਆਂ ਨਹੀਂ ਚਾਹੀਦੀਆਂ। ਨੈਕਸਟ ਪੁਆਇੰਟ ਇਹ ਹੈ ਕਿ ਜਦੋਂ ਕੋਈ ਵੀ ਬਾਰਡਰ ਜੋ ਹੈ ਉਹਨੂੰ 100% ਅੱਜ ਕੱਲ੍ਹ ਦੀ ਹਾਈ ਟੈਕਨੋਲੋਜੀ ਦੇ ਟਾਈਮ ਦੇ ਵਿੱਚ 100% ਕਿਸੇ ਵੀ ਬਾਰਡਰ ਨੂੰ ਸੀਲ ਕਰਨਾ ਇੰਪੋਸੀਬਲ ਹੋ ਜਾਂਦਾ ਹੈ। ਇਸੇ ਵਾਸਤੇ ਕੁਝ ਸੋਚ ਕੇ ਹੀ ਥ੍ਰੈਟ ਪਰਸੈਪਸ਼ਨ ਪੂਰੇ ਇੰਡੀਆ ਦੇ ਵਿੱਚ 50 ਕਿਲੋਮੀਟਰ ਦੀ ਕੀਤੀ ਗਈ ਸੀਗੀ।
ਪਰ ਇੱਕ ਵਾਰ ਜਦੋਂ ਕੁਝ ਲੈਂਡ ਹੋ ਜਾਂਦਾ ਹੈ, ਜਿੱਦਾਂ J&K ਦੇ ਵਿੱਚ ਅਗਰ ਟੈਰਰਿਸਟ ਅੰਦਰ ਆ ਜਾਂਦੇ, ਪਤਾ ਲੱਗ ਜਾਂਦਾ ਕਿ ਟੈਰਰਿਸਟ ਅੰਦਰ ਆ ਗਿਆ ਜੀ, ਤੇ ਉਹਦੀ ਜਿਹੜੀ ਰੀਚ ਹੈਗੀ ਹੈ ਟੈਰਰਿਸਟ ਦੀ, ਉਹਦੇ ਬਾਅਦ 15-20 ਕਿਲੋਮੀਟਰ ਦੀ ਹੁੰਦੀ ਹੈ, ਉਹਨੂੰ ਟਰੈਕ ਕਰਕੇ ਤੇ ਉਹਨੂੰ ਫਸਾ ਲੈਂਦੇ ਨੇ। ਸਿਮਿਲਰਲੀ ਸਾਨੂੰ ਵੀ ਇੱਥੇ ਇੱਕ ਵਾਰ ਜਦੋਂ ਡਰੋਨ ਆ ਜਾਂਦੀ ਹੈ, ਡਰੋਨ ਅਗਰ ਲੈਂਡ ਕਰ ਜਾਂਦੀ ਹੈ, ਆਫਟਰ ਆਲ ਉਹ ਕਿੱਦਾਂ ਕਰਦੀ ਹੈ, ਉਹਦੇ ਵਿੱਚੋਂ ਜਿਹੜਾ ਸਮਾਨ ਹੈ ਉਹ ਓਵਰਗਰਾਊਂਡ ਵਰਕਰਸ ਤੇ ਪਾਕਿਸਤਾਨ ਦੇ ਜਿਹੜੇ ਪੇਡ ਸਪਾਈਜ਼ ਨੇ ਤੇ ਪਾਕਿਸਤਾਨ ਦੇ ਸਪੇਡ ਲੋਕ ਨੇ, ਉਹੀ ਉਹਦੇ ਵਿੱਚੋਂ ਸਮਾਨ ਕੱਢਣਗੇ, ਫਿਰ ਉਹ ਕਿਤੇ ਰੱਖਣਗੇ। ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇਹ ਸਾਰੀਆਂ ਲੋਕਲ ਇੰਟੈਲੀਜੈਂਸ ਦੇ ਉੱਤੇ ਆ ਜਾਂਦੀਆਂ ਨੇ, ਪੁਲਿਸ ਤੇ ਆ ਜਾਂਦੀਆਂ ਨੇ। ਇਸੇ ਵਾਸਤੇ ਸਿਨਰਜੀ ਦੀ ਇਹਨਾਂ ਦੋਵਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸਿਨਰਜੀ ਉਦੋਂ ਆਉਂਦੀ ਹੈ ਜਦੋਂ ਪੋਲਿਟਿਕਸ ਨੂੰ ਛੱਡ ਕੇ ਜਿਹੜੀਆਂ ਦੋ ਗਵਰਨਮੈਂਟਸ ਨੇ ਉਹ ਆਪਸ ਦੇ ਵਿੱਚ ਸਿਕਿਉਰਿਟੀ ਦੇ ਮਾਮਲੇ 'ਚ ਬਹੁਤ ਤਾਲਮੇਲ ਰੱਖਦੀਆਂ ਨੇ। ਜਿੱਦਾਂ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗਾ, ਏਡੀ ਲੜਾਈ ਹੁੰਦੀ ਸੀ ਉਹਨਾਂ ਦੀ ਬੀਜੇਪੀ ਦੇ ਨਾਲ, ਪਰ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਉਹ ਬੀਜੇਪੀ ਦੇ ਨਾਲ ਬਿਲਕੁਲ ਰੂਬਰੂ ਰਹਿੰਦੇ ਸੀਗੇ, ਸੈਂਟਰਲ ਗਵਰਨਮੈਂਟ ਨਾਲ ਉਹ ਰੂਬਰੂ ਰਹਿੰਦੇ ਸੀਗੇ, ਕਿਉਂਕਿ ਉਹ ਬੇਸਿਕਲੀ ਸੋਲਜਰ ਸੀਗੇ, ਉਹ ਸਮਝਦੇ ਸੀਗੇ ਕਿ ਇਹਦਾ ਥ੍ਰੈਟ ਕਿੰਨਾ ਹੈ। ਆਮ ਆਦਮੀ ਪਾਰਟੀ ਦੀ ਆਦਤ ਪੈ ਗਈ ਹੈ ਕਿ ਇਹ ਹਮੇਸ਼ਾ ਹਰ ਚੀਜ਼ ਦੇ ਵਿੱਚ ਇਹ ਟਕਰਾਵ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਇਹਨਾਂ ਦੀ ਜਿਹੜੀ ਪੁਰਾਣੀ ਆਦਤ ਹੈਗੀ ਹੈ ਕਿ ਬਲੇਮ ਕਿਸੇ ਦੇ ਉੱਤੇ ਪਾ ਦਿਓ ਤੇ ਆਪਣਾ ਇੱਕ ਵਿਕਟਿਮ ਕਾਰਡ ਖੇਡਣਾ ਸ਼ੁਰੂ ਕਰ ਦਿਓ। ਇਹ ਆਦਤ ਇਹਨਾਂ ਦੇ ਵਾਸਤੇ ਉਦੋਂ ਤੱਕ ਤੇ ਬਹੁਤ ਅੱਛੀ ਸੀ ਜਦੋਂ ਤੱਕ ਇਹ ਇਲੈਕਸ਼ਨ ਲੜ ਰਹੇ ਸੀਗੇ, ਪਰ ਹੁਣ ਜਦੋਂ ਇਹ ਆ ਗਏ ਨੇ, ਵੈਂਦੇ ਆ ਸੱਤਾ ਦੇ ਵਿੱਚ ਆ ਗਏ ਨੇ, ਤੇ ਇਹਨਾਂ ਨੂੰ ਇਹ ਆਦਤ ਛੱਡ ਕੇ ਆਪਣੀ ਰਿਸਪੌਂਸਿਬਿਲਿਟੀ ਲੈਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਇਹ ਜਿਹੜੀ ਡਰੋਨਸ ਨੇ ਤੇ ਇਹ ਜਿਹੜਾ ਡਰੱਗਸ ਹੈ, ਇਹਨੂੰ ਰੋਕਣ ਦੇ ਵਾਸਤੇ ਇਹਨਾਂ ਨੂੰ ਸੈਂਟਰ ਦੇ ਨਾਲ ਮਿਲ ਕੇ, ਲੋਕਾਂ ਦੇ ਨਾਲ ਮਿਲ ਕੇ ਬਹੁਤ ਅੱਛਾ ਕੰਮ ਕਰਨਾ ਚਾਹੀਦਾ। ਤੁਸੀਂ ਜਿੰਨੀ ਮੈਂ ਤੁਹਾਡੀ ਗੱਲ ਸਮਝਿਆ, ਤੁਸੀਂ ਇੱਕ ਤਾਂ ਕਹਿ ਰਹੇ ਹੋ ਕਿ ਜਿਹੜਾ ਤਾਲਮੇਲ ਦੀ ਕਮੀ, ਇੱਕ ਗੈਪ ਹੈ ਕਮਿਊਨੀਕੇਸ਼ਨ ਦਾ ਪੁਲਿਸ, ਲੋਕਲ ਇੰਟੈਲੀਜੈਂਸ ਤੇ BSF ਦੇ ਵਿਚਾਲੇ, ਕਿ ਉਸ ਦੀ ਇੱਕ ਵੱਡੀ ਵਜ੍ਹਾ ਹੈ। ਪਰ ਜੈਵੰਤ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਪਹਿਲਾਂ ਇੱਕ ਛੋਟਾ ਜਿਹਾ ਕਮੈਂਟ ਮੈਂ ਜ਼ਰੂਰ ਮਲਹੋਤਰਾ ਸਾਹਿਬ ਤੋਂ ਲੈ ਲਾਂ। ਸਰ ਦੇਖੋ, ਇਸ ਸਮੇਂ ਆਮ ਆਦਮੀ ਪਾਰਟੀ ਨੂੰ ਲੈ ਕੇ ਉਹ ਇਹ ਕਹਿ ਰਹੇ ਨੇ ਕਿ ਜ਼ਰੂਰਤ ਹੈ ਕਿ ਦੋਵੇਂ ਸਟੇਟ ਤੇ ਸੈਂਟਰ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ 'ਚ ਤਾਲਮੇਲ ਹੋਵੇ। ਉਹਨਾਂ 'ਚ ਤਾਲਮੇਲ ਹੋਏਗਾ ਤੇ ਪੁਲਿਸ ਤੇ ਫਿਰ ਜਿਹੜੀਆਂ ਸੁਰੱਖਿਆ ਏਜੰਸੀਆਂ ਜਾਂ BSF ਉੱਥੇ ਲੱਗੀ ਹੋਈ ਹੈ ਉਹਨਾਂ ਦੇ ਵਿੱਚ ਹੋਏਗਾ, ਤੇ ਕਿਤੇ ਨਾ ਕਿਤੇ ਉਹ ਜਿਹੜਾ ਗੈਪ ਹੈ ਉਹ ਨਤੀਜਾ ਇਹ ਹੈ ਕਿ ਨੁਕਸਾਨ ਝੱਲਣਾ ਪੈ ਰਿਹਾ ਹੈ। ਗੌਰਵ ਜੀ ਦੇਖੋ, ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿੰਨੇ ਵੀ ਪੱਖ ਦੇਸ਼ ਵਿੱਚ ਹੈਗੇ ਆ, ਚਾਹੇ ਉਹ BSF ਹੈ ਜਾਂ ਇੰਟੈਲੀਜੈਂਸ ਏਜੰਸੀਜ਼ ਹੈ ਜਾਂ ਲੋਕਲ ਲੋਕ ਹੈਗੇ ਆ ਜਾਂ ਲੋਕਲ ਪੁਲਿਸ ਹੈਗੀ ਹੈ ਜੀ, ਉਹਨਾਂ ਸਾਰਿਆਂ ਦੇ ਵਿੱਚ ਕੋਆਰਡੀਨੇਸ਼ਨ ਜਿਹੜਾ ਬਹੁਤ ਜ਼ਰੂਰੀ ਹੈਗਾ ਜੀ, ਔਰ ਉਸੇ ਦੇ ਸਿਰ ਤੇ ਇਹ ਜਿਹੜੀ ਲੜਾਈ ਹੈ ਉਹ ਜਿੱਤੀ ਜਾ ਸਕਦੀ ਹੈ। ਪਰ ਜਿਹੜੀ ਕੋਰ ਜ਼ਿੰਮੇਵਾਰੀ ਹੈ ਉਸ ਤੋਂ ਜੈਵੰਤ ਜੀ ਮੇਰੇ ਸੀਨੀਅਰ ਨੇ, ਬੜੇ ਸਤਿਕਾਰਤ ਨੇ, ਉਹ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਨੇ। ਕੋਰ ਜ਼ਿੰਮੇਵਾਰੀ ਜਿਹੜੀ ਹੈ ਉਸ ਤੋਂ ਕੋਈ ਵੀ ਫੋਰਸ ਜਾਂ ਕੋਈ ਵੀ ਏਜੰਸੀ ਆਪਣਾ ਪੱਲਾ ਨਹੀਂ ਛੁਡਾ ਸਕਦੀ। ਜੇ BSF ਦੀ ਜ਼ਿੰਮੇਵਾਰੀ ਹੈ ਜਾਂ ਸੈਂਟਰਲ ਇੰਟੈਲੀਜੈਂਸ ਏਜੰਸੀ ਦੀ ਜ਼ਿੰਮੇਵਾਰੀ ਹੈ ਜਾਂ ਜਿਹੜੇ ਫੋਨ ਟੈਪਿੰਗ ਵਗੈਰਾ ਕਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਤਾਂ ਹੈ, ਉਸ ਵਿੱਚ ਲੋਕ ਕੁਝ ਨਹੀਂ ਕਰ ਸਕਦੇ, ਉਸ ਵਿੱਚ ਸਟੇਟ ਪੁਲਿਸ ਕੁਝ ਨਹੀਂ ਕਰ ਸਕਦੀ। ਤੇ ਨਾਲ ਦੇਖੋ, ਇੱਕ ਕੋਆਪਰੇਸ਼ਨ ਵਾਲਾ ਜਿਹੜਾ ਐਟੀਟਿਊਡ ਹੈ ਉਹ ਡਿਫਰੈਂਟ ਹੁੰਦਾ ਹੈ। ਇੱਥੇ ਆ ਕੇ ਨੱਡਾ ਸਾਹਿਬ ਕਹਿੰਦੇ ਨੇ ਕਿ ਜੀ ਬੜੀ ਛੇਤੀ ਸਾਡੀ ਸਰਕਾਰ ਇੱਥੇ ਹੋਵੇਗੀ। ਇਹ ਜਿਹੜਾ ਉਹਨਾਂ ਦਾ ਬਿਆਨ ਸੀਗਾ ਬੜੇ ਹਾਸੋਹੀਣਾ ਲੱਗਦਾ ਹੈ, ਇੱਕ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਵਰਗਾ, ਕਿ ਜਿਹੜੀ ਪਾਰਟੀ ਨੂੰ 2 ਸੀਟਾਂ 117 ਚ ਮਿਲੀਆਂ ਹੋਣ ਤੇ ਜਿਹੜਾ ਕਿ 2% ਵੀ ਨਹੀਂ ਬਣਦਾ, ਉਹ ਆ ਕੇ ਇਹੋ ਜਿਹੇ ਬਿਆਨ ਦੇਣ। ਔਰ ਇਹ ਐਟੀਟਿਊਡ ਤੁਹਾਨੂੰ ਲੱਗਦਾ ਹੈ ਕਿ ਵੀ ਕੋਆਪਰੇਟ ਕਰਨ ਦਾ ਐਟੀਟਿਊਡ ਹੈਗਾ? ਯਾਨੀ ਕਿ ਉਹ ਤੁਸੀਂ ਦੋਵੇਂ ਗੱਲਾਂ ਨੂੰ ਰਿਲੇਟ ਕਰ ਰਹੇ ਹੋ ਕਿ ਡਰੋਨ ਵਾਲੀ ਹਲਚਲ ਤੇ ਉਸ ਤੋਂ ਬਾਅਦ ਸਰਕਾਰ ਨੂੰ ਲੈ ਕੇ ਦਿੱਤੀ ਗਈ ਸਟੇਟਮੈਂਟ। ਦੇਖੋ, BJP ਦਾ ਐਟੀਟਿਊਡ ਕੋਆਪਰੇਟ ਕਰਨ ਦਾ ਨਹੀਂ ਹੈਗਾ। ਜੇ ਉਹਨਾਂ ਦਾ ਐਟੀਟਿਊਡ ਕੋਆਪਰੇਟ ਕਰਨ ਦਾ ਹੁੰਦਾ ਤਾਂ ਇਹੋ ਜੀ ਗੈਰ ਜ਼ਿੰਮੇਵਾਰਾਨਾ ਜਿਹੜਾ ਬਿਆਨ ਹੈਗਾ ਉਹ JP ਨੱਡਾ ਜੀ ਨਹੀਂ ਦਿੰਦੇ। ਕਿਹੜੇ ਬਿਆਨ ਦੇ ਉੱਤੇ ਇਤਰਾਜ਼ ਹੈ ਸਰ? ਕਿਹੜੇ ਬਿਆਨ ਦੇ ਉੱਤੇ? ਸਰਕਾਰ ਬਣਾਉਣ ਵਾਲੇ ਜਿਹੜਾ ਉਹ ਕਹਿ ਕੇ ਗਏ, ਹਾਂ ਸਰਕਾਰ ਬਣਾਉਣ ਵਾਲੇ ਕਿ ਜੀ ਸਾਡੇ ਬੜੀ ਛੇਤੀ ਇੱਥੇ ਸਾਡੀ ਸਰਕਾਰ ਹੋਏਗੀ, ਦੱਸੋ ਕਿਸ ਬੇਸ ਤੇ ਹੋਏਗੀ? ਪੰਜਾਬ ਦੇ ਲੋਕ ਤਾਂ ਤੁਹਾਨੂੰ ਨਕਾਰ ਚੁੱਕੇ ਆ। ਜੋ ਤੁਸੀਂ ਚਲੋ ਮੈਂ ਹੋਰ ਥੋੜਾ ਜਿਹਾ ਫਿਲਟਰ ਕਰ ਦੇਣਾ, ਕਿਉਂਕਿ ਨਹੀਂ, ਇੱਕ ਸੈਕਿੰਡ ਮਲਹੋਤਰਾ ਜੀ, ਤੁਸੀਂ ਇਹ ਕਹਿ ਰਹੇ ਹੋ ਕਿ JP ਨੱਡਾ ਦੀ ਸਟੇਟਮੈਂਟ ਇਹ ਇਸ਼ਾਰਾ ਕਰ ਰਹੀ ਹੈ ਕਿ ਨੈਕਸਟ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਹੋਏਗੀ। ਯਾਨੀ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦਾ ਐਟੀਟਿਊਡ ਕੋਆਪਰੇਸ਼ਨ ਵਾਲਾ ਨਹੀਂ ਹੈ। ਠੀਕ ਹੈ ਜੈਵੰਤ, ਇਹ ਉਹਨਾਂ ਦਾ ਐਟੀਟਿਊਡ ਠੀਕ ਹੈ ਸਰ, ਆਪਾਂ ਜਵਾਬ ਲਈਏ ਇਸ ਦਾ, ਕਿਉਂਕਿ ਦੇਖੋ ਪੋਲਿਟਿਸਾਈਜ਼ ਤਾਂ ਮੁੱਦੇ ਹੁੰਦੇ ਹੀ ਹੈ ਕਿ ਇਹ ਇਸ਼ੂ ਐਸਾ ਹੈ ਕਿ ਜਦੋਂ ਦੇਸ਼ ਦੀ ਸੁਰੱਖਿਆ ਦਾ ਹੋਵੇ ਤਾਂ ਆਮ ਤੌਰ ਤੇ ਆਪਾਂ ਸਿਆਸੀ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਦੇ ਹਾਂ, ਪਰ ਕਿਤੇ ਨਾ ਕਿਤੇ ਜਾ ਕੇ ਫਿਰ ਸਿਆਸਤ ਔਰ ਪੋਲਿਟਿਸਾਈਜ਼ ਜ਼ਰੂਰ ਮੁੱਦਾ ਹੋ ਜਾਂਦਾ ਹੈ। ਜੈਵੰਤ ਜੀ, ਜਿਹੜੀਆਂ ਸਟੇਟਮੈਂਟਸ ਨੇ, ਹੁਣ ਗੱਲ ਤਾਂ ਹੋਈ ਹੈ, ਤੁਸੀਂ ਤਾਲਮੇਲ ਦਾ ਜ਼ਿਕਰ ਕਰ ਰਹੇ ਹੋ, ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ BJP ਉਸ ਰੋਹ ਦੇ ਵਿੱਚ ਹੈ ਹੀ ਨਹੀਂ ਕਿ ਤਾਲਮੇਲ ਵਧੀਆ ਕਰਨ ਦੀ ਕੋਈ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਜੀ, ਪਹਿਲੇ ਗੱਲ ਤੇ ਮਲਹੋਤਰਾ ਸਾਹਿਬ ਨੇ ਜਿਹੜਾ ਕਿਹਾ ਸੀ ਕੋਰ ਜ਼ਿੰਮੇਵਾਰੀ, ਜਿਹੜੀ ਕੋਰ ਜ਼ਿੰਮੇਵਾਰੀ ਹੈ ਉਹ ਕਿਸੇ ਦੀ ਨਹੀਂ ਹੁੰਦੀ, ਇਹ ਸਾਰਿਆਂ ਦੀ ਕਲੈਕਟਿਵ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਸਾਰੀਆਂ ਆਪਣੇ ਆਪ ਦੇ ਵਿੱਚ ਆਰਗੇਨਾਈਜੇਸ਼ਨ ਸક્ષਮ ਹੁੰਦੀਆਂ ਨੇ। ਪਲੀਜ਼ ਟੈਲ ਹਿਮ, ਮੈਨੂੰ ਕਹਿ ਲੈਣ ਦਿਓ ਜੋ ਸਾਰੀਆਂ ਸક્ષਮ ਹੁੰਦੀਆਂ ਨੇ। ਹਾਂ,
ਜਿਹੜੀ ਆਰਮੀ ਹੈ ਉਹ ਸਾਰਿਆਂ ਤੋਂ ਸੀਨੀਅਰ ਹੁੰਦੀ ਹੈ, ਜੇਐਨਕੇ ਦੇ ਵਿੱਚ ਵੀ ਸੀਨੀਅਰ ਹੈਗੀ ਹੈ। ਸੈਂਟਰਲ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਸੀਨੀਅਰ ਨਹੀਂ ਹੁੰਦੀਆਂ ਪੁਲਿਸ ਕੋਲੋਂ ਕਿਤੇ ਵੀ ਜਿੱਥੇ ਉਹ ਡਿਪਲੋਇਡ ਹੁੰਦੀਆਂ ਨੇ, ਤੇ ਅਗਰ ਜ਼ਿਆਦਾ ਹੀ ਗੱਲ ਹੋਈ ਤੇ ਫਿਰ ਆਰਮੀ ਨੂੰ ਡਿਪਲੋਏ ਕਰਨਾ ਪਏਗਾ, ਜੋ ਕਿ ਹੋਣਾ ਨਹੀਂ ਚਾਹੀਦਾ। ਮੈਨੂੰ ਖਤਮ ਕਰ ਲੈਣ ਦਿਓ। ਤੇ ਦੂਸਰੀ ਗੱਲ ਹੈ, ਜਿਹੜੇ ਦੇਖੋ ਜੀ ਜੋ ਨੱਡਾ ਸਾਹਿਬ ਨੇ ਕਿਹਾ ਉਹਨਾਂ ਦੀ ਇੱਕ ਪੋਲੀਟੀਕਲ ਅਸੈਸਮੈਂਟ ਹੈ, ਉਹ ਪੋਲੀਟੀਕਲ ਇਸ਼ੂਜ਼ ਦੇ ਉੱਤੇ ਅਸੈਸਮੈਂਟ ਬੇਸਡ ਹੈ। ਉਹ ਇੱਕ ਬੜੇ ਜ਼ਿੰਮੇਵਾਰ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਦੇ ਪ੍ਰੈਜ਼ੀਡੈਂਟ ਨੇ, ਤੇ ਉਹਨਾਂ ਨੇ ਕੁਝ ਸੋਚ ਕੇ ਹੀ ਕਿਹਾ ਹੋਏਗਾ। ਪਰ ਇਸ ਗੱਲ ਦਾ ਪੰਜਾਬ ਦੀ ਸਿਕਿਉਰਿਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕੋਈ ਮਤਲਬ ਨਹੀਂ ਹੈ। ਇਹ ਪੋਲਿਟਿਕਸ ਨੇ ਉੱਥੋਂ ਦੇ, ਇਹ ਉੱਥੋਂ ਦੀ ਪੋਲੀਟੀਕਲ এনवायरमेंट ਦੇ ਉੱਤੇ ਇੱਕ ਟਿੱਪਣੀ ਹੈ, ਤੇ ਇਹਨੂੰ ਸਿਕਿਉਰਿਟੀ ਦੇ ਨਾਲ ਜੋੜਨਾ ਜਿਹੜਾ ਸਪੈਸ਼ਲੀ ਮਲਹੋਤਰਾ ਸਾਹਿਬ ਜੋ ਕਿ ਸੋਲਜਰ ਹੋ ਕੇ ਜੋੜਦੇ, ਮੈਨੂੰ ਠੀਕ ਨਹੀਂ ਲੱਗਦੇ। ਨਹੀਂ, ਮੈਂ ਕੋਰ ਵਾਲੇ ਇਹ ਹੈਗਾ ਕਿ ਬੀਜੇਪੀ ਕੋਆਪਰੇਟ ਨਹੀਂ ਕਰਦੀ। ਇੱਕ ਸੈਕਿੰਡ ਗੌਰਵ ਜੀ, ਪਲੀਜ਼ ਕੰਪਲੀਟ ਕਰ ਲਓ ਸਰ। ਜਦੋਂ ਕੈਪਟਨ ਅਮਰਿੰਦਰ ਸੀਗਾ ਤੇ ਕਿੰਨਾ ਕੁ ਜ਼ਿਆਦਾ ਕੈਪਟਨ ਅਮਰਿੰਦਰ ਨੇ ਸਾਡੇ ਕੇ ਅਗੇਂਸਟ ਬੋਲਿਆ ਸੀਗਾ ਡਿਊਰਿੰਗ ਦਾ ਕਿਸਾਨ ਅੰਦੋਲਨ, ਤੇ ਐਡਾ ਮਤਲਬ ਸਾਡੀ ਤੁਹਾਨੂੰ ਪਤਾ ਹੀ ਹੈ, ਮੈਂ ਉਸ ਚੀਜ਼ ਦੇ ਵਿੱਚ ਜਾਵਾਂਗਾ ਨਹੀਂ ਕਿ ਕਿਹੜੇ ਤਰੀਕੇ ਨਾਲ ਹੋਇਆ ਸੀਗਾ। ਪਰ ਉਸ ਵੇਲੇ ਵੀ ਜਦੋਂ ਡਰੋਨਸ ਆਉਂਦੇ ਸੀ, ਡਰੱਗਸ ਆਉਂਦੇ ਸੀਗੇ, ਕੈਪਟਨ ਅਮਰਿੰਦਰ ਨੇ ਇੱਕ ਵਾਰ ਕਦੀ ਇਹ ਨਹੀਂ ਕਿਹਾ ਕਿ ਮੈਨੂੰ ਕੋਆਪਰੇਸ਼ਨ ਨਹੀਂ ਮਿਲ ਰਹੀ ਸੈਂਟਰ ਤੋਂ ਟੂ ਡੀਲ ਵਿਦ ਦ ਡਰੋਨਸ ਔਰ ਡੀਲ ਵਿਦ ਦ ਡਰੱਗਸ ਐਂਡ ਡੀਲ ਵਿਦ ਪਾਕਿਸਤਾਨ। ਉਹਨੇ ਇੱਕ ਵਾਰ ਅਗਰ ਉਹਨੇ ਐਸਾ ਕਹਿਤਾ ਹੋਏ ਤੇ ਮੈਨੂੰ ਦੱਸ ਦਿਓ। ਨਹੀਂ ਜੈਬਾਨ ਜੀ, ਮਤਲਬ ਪਰ ਉਹਨਾਂ ਨੇ ਮੈਂ ਤੁਹਾਨੂੰ ਮਾਫੀ ਚਾਹਨਾ ਵਿਚਾਲੇ ਰੋਕ ਰਹੇ। ਕਾਂਗਰਸੀ ਇਸ ਸਮੇਂ ਇਲਜ਼ਾਮ ਪਤਾ ਕੀ ਲਗਾਉਂਦੇ ਨੇ? ਅੱਜ ਕਾਂਗਰਸ ਦਾ ਨੁਮਾਇੰਦਾ ਆਪਣੇ ਨਾਲ ਕੋਈ ਡਿਬੇਟ ਦੇ ਵਿੱਚ ਨਹੀਂ ਹੈ, ਪਰ ਕਾਂਗਰਸ ਤਾਂ ਇਲਜ਼ਾਮ ਇਹ ਲਗਾਉਂਦੀ ਹੈ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਸਰਕਾਰ ਚਲਾਉਂਦੇ ਰਹੇ। ਇਹੋ ਹੀ ਤੇ ਗੱਲ ਹੈ ਨਾ ਗੌਰਵ ਜੀ। ਦੇਖੋ ਉਹਨਾਂ ਨੇ ਬਾਅਦ ਦੇ ਵਿੱਚ ਪੋਲਿਟਿਕਸ ਖੇਲ ਲਏ। ਕੈਪਟਨ ਅਮਰਿੰਦਰ ਜੋ ਹੈ ਉਹ ਬਹੁਤ ਹੀ ਇੱਕ ਲਾਇਲ ਕਾਂਗਰਸਮੈਨ ਸੀਗਾ। ਉਹ ਸਮਝਦਾ ਸੀਗਾ ਕਿ ਇੱਕ ਬਾਰਡਰ ਸਟੇਟ ਨੂੰ ਸੰਭਾਲਣ ਵਾਸਤੇ ਸੈਂਟਰ ਦੇ ਨਾਲ ਕੋਆਪਰੇਸ਼ਨ ਕਰਨੀ ਕਿੰਨੀ ਕੁ ਜ਼ਰੂਰੀ ਹੁੰਦੀ ਹੈ, ਕੋਈ ਇਸ਼ਾਰੇ ਦੀ ਗੱਲ ਨਹੀਂ ਹੁੰਦੀ ਹੈ। ਇਦਾਂ ਤੇ ਮਤਲਬ ਜਦੋਂ ਸੈਂਟਰਲ ਗਵਰਨਮੈਂਟ ਤੇ ਹਮੇਸ਼ਾ ਸਟਰੋਂਗ ਹੁੰਦੀ ਹੈ, ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਉਤਾਰਨਾ ਸੀਗਾ ਤੇ ਇਹ ਉਹਨਾਂ ਨੇ ਬਹਾਨਾ ਬਣਾ ਲਿਆ। ਪਰ ਮੈਂ ਐਜ਼ ਅ ਸਿਕਿਉਰਿਟੀ ਐਨਾਲਿਸਟ ਇਹ ਸਮਝਦਾ ਕਿ ਉਸ ਵੇਲੇ ਜਿਹੜੇ ਤਰੀਕੇ ਦੀ ਕੋਆਪਰੇਸ਼ਨ ਸੀਗੀ ਸਿਕਿਉਰਿਟੀ ਦੇ ਵਾਸਤੇ, ਉਹ ਬਹੁਤ ਹੀ ਵਧੀਆ ਕੋਆਪਰੇਸ਼ਨ ਸੀ, ਤੇ ਕੈਪਟਨ ਅਮਰਿੰਦਰ ਸਮਝਦੇ ਸੀਗੇ ਕਿ ਉਹਨਾਂ ਨੂੰ ਸੈਂਟਰ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਤੇ ਮੈਂ ਚਾਹਨਾ ਕਿ ਆਮ ਆਦਮੀ ਪਾਰਟੀ ਵੀ ਉਸ ਤਰੀਕੇ ਨਾਲ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਬਾਰਡਰ ਸਟੇਟ ਦੇ ਵਿੱਚ ਸੈਂਟਰ ਦੇ ਨਾਲ ਕੋਆਪਰੇਟ ਕਰੇ। ਚਲੋ ਸਰ, ਮੇਰਾ ਇੱਕ ਹੋਰ ਛੋਟਾ ਜਿਹਾ ਸਵਾਲ ਹੈ, ਮੈਂ ਉਸ ਤੋਂ ਬਾਅਦ ਮਲਹੋਤਰਾ ਸਾਹਿਬ ਕੋਲ ਜਾਣਾ। ਮੈਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੋਰਟ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ, ਕਿ ਜੇਕਰ ਕਿਸੇ ਨੂੰ ਜ਼ਿੰਮੇਵਾਰੀ ਫਰੰਟ ਲਾਈਨ ਬਣਾ ਕੇ ਦਿੱਤੀ ਗਈ ਔਰ 50 ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਦਿੱਤਾ ਗਿਆ ਹੈ, ਤਾਂ ਫਿਰ ਉਹ ਕੋਰਟ ਜ਼ਿੰਮੇਵਾਰੀ ਤੋਂ ਕਿਵੇਂ ਪੱਲਾ ਝਾੜ ਸਕਦਾ ਹੈ? ਕਿ ਜੇ ਬੀਐਸਐਫ ਦੇ ਕੋਲ 50 ਕਿਲੋਮੀਟਰ ਬਾਰਡਰ ਦੇ ਉੱਤੇ ਇਲਾਕਾ ਹੈ ਤਾਂ ਫਿਰ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਬਣੇਗੀ? ਤੁਹਾਨੂੰ ਨਹੀਂ ਲੱਗਦਾ ਕਿ ਜੇ ਡਰੋਨ ਦੇ ਜ਼ਰੀਏ ਨਸ਼ਾ ਆ ਗਿਆ ਜਾਂ ਡਰੋਨ ਦੇ ਜ਼ਰੀਏ ਹਥਿਆਰ ਆ ਗਏ ਤਾਂ ਫਿਰ ਉਂਗਲ ਤਾਂ ਉੱਠੇਗੀ ਬੀਐਸਐਫ ਦੇ ਉੱਤੇ? ਜੈਬਾਨ ਜੀ ਮੈਨੂੰ ਕਹਿ ਰਹੇ ਹੋ? ਜੀ ਜੀ ਸਰ ਪਲੀਜ਼। ਦੇਖੋ ਏਦਾਂ ਗੌਰਵ ਜੀ, ਦੇਖੋ 50 ਕਿਲੋਮੀਟਰ ਦਾ ਏਦਾਂ ਹੁੰਦਾ ਹੈ ਕਿ ਫਾਸਟ ਮੂਵਿੰਗ ਵਾਹੀਕਲਸ ਹੁੰਦੀਆਂ ਨੇ, ਤੇ ਡਰੋਨਸ ਜਿਹੜੇ ਆ ਉਹ 15-20 ਕਿਲੋਮੀਟਰ ਅੰਦਰ ਵੀ ਆ ਜਾਂਦੀ ਹੈ। ਇਸ ਵਾਸਤੇ ਉਸ ਏਰੀਏ ਨੂੰ ਇਹ ਥ੍ਰੈਟ ਪਰਸੈਪਸ਼ਨ ਜਿਹੜੀ ਹੁੰਦੀ ਹੈ ਇਹ ਬਣਾਈ ਹੋਈ ਹੈ, ਵੱਡੇ ਭਾਰੀ ਐਕਸਪਰਟਸ ਨੇ, ਬੜੇ ਵੱਡੇ ਸਟ੍ਰੈਟੇਜਿਕ ਐਨਾਲਿਸਟ ਨੇ ਬਣਾਈ ਹੈ ਕਿ 50 ਕਿਲੋਮੀਟਰ ਇਜ਼ ਰਿਕੁਆਇਰਡ ਬਿਕੋਜ਼ ਆਫ ਟੈਕਨੋਲੋਜੀ ਦੀ ਐਡਵਾਂਸਮੈਂਟ ਦੇ ਕਾਰਨ ਐਡੀ ਜਗ੍ਹਾ ਚਾਹੀਦੀ ਹੁੰਦੀ ਹੈ ਆਪਣੀ ਫਰੰਟ ਲਾਈਨ ਨੂੰ ਆਪਰੇਟ ਕਰਨ ਵਾਸਤੇ। ਪਰ ਜਦੋਂ ਹੌਟ ਪਰਸੂਟ ਦੀ ਗੱਲ ਆ ਜਾਂਦੀ ਹੈ ਨਾ, ਜਦੋਂ ਇੱਕ ਵਾਰ ਪਤਾ ਲੱਗ ਜਾਏ ਕਿ ਡਰੋਨ ਲੈਂਡ ਕਰ ਗਈ ਹੈ, ਦੇਖੋ ਸਭ ਕੁਝ ਪਤਾ ਲੱਗ ਜਾਂਦਾ ਹੈ। ਇੱਕ ਵਾਰ ਡਰੋਨ ਅੰਦਰ ਆਦੀ ਹੈ, ਉਹਨੂੰ ਜਾਂ ਤੇ ਤੁਸੀਂ ਵਾਪਸ ਭੇਜ ਦਿੰਦੇ ਹੋ ਜਾਂ ਉਹ ਲੈਂਡ ਕਰ ਜਾਂਦੀ ਹੈ। ਟੈਕਨੋਲੋਜੀ ਤੁਹਾਨੂੰ ਦੱਸ ਦਿੰਦੀ ਹੈ ਕਿ ਜਨਰਲ ਏਰੀਆ ਕਿੱਥੇ ਹੈਗੀ ਹੈ। ਉਹਦੇ ਵਿੱਚ ਹੌਟ ਪਰਸੂਟ ਜਿਹੜੀ ਹੈ ਉਹ ਇਨੀਸ਼ੀਅਲ ਹੌਟ ਪਰਸੂਟ ਬੀਐਸਐਫ ਕਰਦੀ ਹੈ, ਉਹਦੇ ਬਾਅਦ ਪੰਜਾਬ ਪੁਲਿਸ ਦਾ ਰੋਲ ਆ ਜਾਂਦਾ ਹੈ, ਤੇ ਉਹਦੇ ਵਾਸਤੇ ਇਹਨਾਂ ਦੀ ਤਾਲਮੇਲ ਜਾਂ ਦੋਨੋਂ ਇਕੱਠੇ ਕਰਦੇ ਨੇ ਉਹਨੂੰ ਉੱਥੇ ਹੀ ਲਪੇਟਣ ਵਾਸਤੇ। ਇਹ ਜਿਹੜੀਆਂ ਚੀਜ਼ਾਂ ਨੇ ਇਹ ਜੇਐਂਡਕੇ ਦੇ ਵਿੱਚ ਬਹੁਤ ਫਾਈਨ ਟਿਊਨਡ ਨੇ, ਪਰ ਪੰਜਾਬ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਤੇ ਅੱਛਾ ਇਹੋ ਹੀ ਰਹੇਗਾ ਕਿ ਆਮ ਆਦਮੀ ਪਾਰਟੀ ਦਾ ਹੋਮ ਮਿਨਿਸਟਰ ਜਾ ਕੇ ਅਮਿਤ ਸ਼ਾਹ ਜੀ ਨੂੰ ਮਿਲੇ ਤੇ ਬੀਐਸਐਫ ਤੇ ਉਹਨਾਂ ਦੀ ਸਾਰਿਆਂ ਦੀ ਇੱਕ ਦੂਸਰੇ ਦਾ ਕੋਆਰਡੀਨੇਸ਼ਨ ਕਰਕੇ ਮਲਟੀ ਏਜੰਸੀ ਸੈਂਟਰ ਬਣਾਉਣ, ਕਿਉਂਕਿ ਇੱਥੇ ਥ੍ਰੈਟ ਜਿਹੜੀ ਹੈ ਵੱਧਦੀ ਜਾ ਰਹੀ ਹੈ, ਉਹਨੂੰ ਸਾਨੂੰ ਡੀਲ ਕਰਨਾ, ਇਕੱਠੇ ਡੀਲ ਕਰਨਾ ਹੈ। ਠੀਕ ਹੈ ਮਲਹੋਤਰਾ ਜੀ, ਦੇਖੋ ਇੱਕ ਹੋਰ ਚੀਜ਼ ਮੈਂ ਜ਼ਰੂਰ ਤੁਹਾਡੇ ਤੋਂ ਸਮਝਣੀ ਚਾਹੁੰਦਾ ਕਿ ਜਦੋਂ 50 ਕਿਲੋਮੀਟਰ ਦਾ ਏਰੀਆ ਕੀਤਾ ਗਿਆ ਬੀਐਸਐਫ ਦਾ, ਉਸ ਸਮੇਂ ਵੀ ਆਪਾਂ ਬਹੁਤ ਸਾਰੀਆਂ ਡਿਬੇਟਸ ਕੀਤੀਆਂ ਨੇ, ਤਾਂ ਉਸ ਸਮੇਂ ਬੜਾ ਜ਼ਬਰਦਸਤ ਵਿਰੋਧ ਸੀ, ਆਮ ਆਦਮੀ ਪਾਰਟੀ ਵੀ ਉਸ ਦਾ ਵਿਰੋਧ ਕਰ ਰਹੀ ਸੀ, ਤੇ ਅੱਜ ਉਸੇ ਬੀਐਸਐਫ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ 50 ਕਿਲੋਮੀਟਰ ਨੂੰ ਪੂਰਾ ਇਲਾਕਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਤੁਹਾਨੂੰ ਕਿਵੇਂ ਲੱਗਦਾ? ਕਿਉਂਕਿ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਪੂਰੀ ਰਿਸਪੌਂਸਿਬਲ ਤਾਂ ਹੈ ਨਾ ਉਸ ਪੂਰੇ ਇਲਾਕੇ ਦੇ ਵਿੱਚ, ਜੇਕਰ ਕੋਈ ਵੀ ਮੂਵਮੈਂਟ ਹੋ ਰਹੀ ਹੈ, ਕੋਈ ਡਰੋਨ ਦੀ ਜਾਂ ਫਿਰ ਕੋਈ ਹਥਿਆਰਾਂ ਦੀ ਜਾਂ ਫਿਰ ਨਸ਼ੇ ਦੀ। ਦੇਖੋ ਗੌਰਵ ਜੀ, ਪੰਜਾਬ ਪੁਲਿਸ ਰਿਸਪੌਂਸਿਬਲ ਤਾਂ ਹੈਗੀ ਹੈ, ਪਰ ਜਿਹੜਾ ਕੋਰ ਜ਼ਿੰਮੇਵਾਰੀ ਫਿਰ ਮੈਂ ਇੱਥੇ ਕਹਾਂਗਾ ਵਿਦ ਇਕਵਿਪਮੈਂਟ, ਮੈਨ ਪਾਵਰ ਐਂਡ ਟ੍ਰੇਨਿੰਗ ਐਂਡ ਬੇਸਿਕਲੀ ਆਬਜੈਕਟਿਵ ਜਿਹੜਾ ਹੈਗਾ
ਉਹ BSF ਦਾ ਹੀ ਬਣਦਾ ਹੈਗਾ। ਠੀਕ ਹੈ, ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ, ਉਹ ਗਰਾਊਂਡ ਲੈਵਲ ਤੇ ਹੈਗੀ ਹੈ। ਬਾਰਡਰ ਨੂੰ ਸੀਲ ਕਰਨ ਦੀ ਜ਼ਿੰਮੇਵਾਰੀ BSF ਦੀ ਹੀ ਹੈ ਔਰ ਉਹ ਹੀ ਰਹੇਗੀ। ਸੋ ਪੰਜਾਬ ਪੁਲਿਸ ਜਿਹੜੀ ਹੈ ਉਹ ਗਰਾਊਂਡ ਲੈਵਲ ਤੇ ਉਹਨਾਂ ਨਾਲ ਕੋਆਪਰੇਟ ਕਰਦੀ ਹੈ ਔਰ ਕਰਦੀ ਰਹੇਗੀ। ਪਰ ਜਿਹੜਾ ਬਾਰਡਰ ਕ੍ਰਾਸਿੰਗ ਦੇ ਆਪਾਂ ਜੇ ਕਿਸੇ ਤੇ ਪਿਨ ਪੁਆਇੰਟ ਕਰਨਾ ਹੈ ਬਲੇਮ ਜਾਂ ਕਿਸੇ ਦੀ ਜ਼ਿੰਮੇਵਾਰੀ ਠਹਿਰਾਣੀ ਹੈ ਤਾਂ ਬਾਰਡਰ ਸਿਕਿਉਰਿਟੀ ਫੋਰਸ ਜਨਾਬ, ਉਹਦਾ ਤਾਂ ਨਾਮ ਹੀ ਇਹ ਹੈਗਾ, ਬਾਰਡਰ ਦੀ ਸਿਕਿਉਰਿਟੀ ਕਰਨੀ ਹੈ ਉਹਨਾਂ ਨੇ। ਸੋ ਪਹਿਲੀ ਜ਼ਿੰਮੇਵਾਰੀ ਜਿਹੜੀ ਆ ਉਹ ਬਾਰਡਰ ਸਿਕਿਉਰਿਟੀ ਫੋਰਸ ਦੀ ਹੀ ਬਣੇਗੀ ਹਮੇਸ਼ਾ। ਔਰ ਮੈਂ ਮਾਫੀ ਚਾਹਨਾ ਜੈਵੰਤ ਜੀ ਤੋਂ, ਉਹ ਜਿਹੜਾ ਇਹ ਇਸ਼ੂ ਨੂੰ ਥੋੜਾ ਡਾਇਲੂਟ ਕਰ ਰਹੇ ਹੈਗੇ। ਕਲੈਕਟਿਵ ਜ਼ਿੰਮੇਵਾਰੀ, ਜਿਵੇਂ ਕਹਿੰਦੇ ਨਾ ਸਾਂਝਾ ਬਾਪ ਨਾ ਪਿੱਟੇ ਕੋਈ, ਜਦੋਂ ਆਪਾਂ ਇਹ ਸਾਰਿਆਂ ਤੇ ਫੈਲਾ ਦੇਾਂਗੇ ਤਾਂ ਫਿਰ ਕਿਸੇ ਤੋਂ ਵੀ ਨਹੀਂ ਹੋਣਾ। ਸੋ ਕੋਰ ਜ਼ਿੰਮੇਵਾਰੀ ਤਾਂ ਆਪਾਂ ਨੂੰ ਫਿਕਸ ਕਰਨੀ ਪਏਗੀ। ਸੋ ਜੋ BSF ਦੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਣੀ ਚਾਹੀਦੀ ਹੈ, ਜੋ ਪੰਜਾਬ ਪੁਲਿਸ ਦੀ ਗਰਾਊਂਡ ਤੇ ਜ਼ਿੰਮੇਵਾਰੀ ਹੈ ਉਹਨੂੰ ਨਿਭਾਣੀ ਚਾਹੀਦੀ ਹੈ, ਜੋ ਇੰਟੈਲੀਜੈਂਸ ਏਜੰਸੀਜ਼ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਨਿਭਾਣੀ ਚਾਹੀਦੀ ਹੈ, ਔਰ ਜਿਹੜੀ ਟੈਲੀਕਾਮ ਸੈਕਟਰ ਦੀ ਜਿਹੜੀ ਇੰਟਰਨੈਸ਼ਨਲ ਕਾਲਸ ਨੂੰ ਇੰਟਰਸੈਪਟ ਕਰਨ ਦੀ ਜਿਹੜੀਆਂ ਏਜੰਸੀਜ਼ ਨੂੰ ਜ਼ਿੰਮੇਵਾਰੀ ਹੈਗੀ ਆ ਉਹਨਾਂ ਨੂੰ ਨਿਭਾਣੀ ਚਾਹੀਦੀ ਹੈ। ਠੀਕ ਹੈ, ਮੈਂ ਅਗਲੇ ਸਵਾਲ ਤੇ ਜਾਊਂਗਾ, ਪਰ ਮੈਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ, ਕਿਉਂਕਿ ਹਰਜੋਤ ਬੈਂਸ ਮਲਹੋਤਰਾ ਜੀ, ਹਰਜੋਤ ਬੈਂਸ ਕਹਿੰਦੇ ਨੇ ਕਿ ਫੇਲੀਅਰ ਹੈ BSF ਦਾ, ਪਰ ਜੇਕਰ ਉਹ 50 ਕਿਲੋਮੀਟਰ ਦੇ ਏਰੀਏ ਤੋਂ ਬਾਹਰ ਆ ਗਏ ਹਥਿਆਰ, ਔਰ ਉਹ ਹਥਿਆਰ ਸਣੇ ਜਿਹੜੇ ਮੁਲਜ਼ਮ ਨੇ ਉਹ ਪਹੁੰਚ ਗਏ ਹਰਿਆਣਾ ਦੇ ਵਿੱਚ ਜਾਂ ਮੋਹਾਲੀ ਤੱਕ ਪਹੁੰਚ ਗਏ, ਤਾਂ ਫਿਰ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਨਾ ਖੜਾ ਕੀਤਾ ਜਾਵੇ? ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਪੁਲਿਸ ਤੇ ਸਵਾਲ ਨਾ ਖੜੇ ਕੀਤੇ ਜਾਣ, ਪਰ ਤੁਸੀਂ ਇਹ ਦੇਖੋ ਕਿ ਜਿੱਥੇ ਜਦੋਂ ਬਾਰਡਰ ਦੀ ਸਿਕਿਉਰਿਟੀ ਤੇ ਕੋਈ ਫੋਰਸ ਖੜੀ ਹੈ ਤਾਂ ਉਹਨਾਂ ਦਾ ਪੂਰਾ ਧਿਆਨ ਜਿਹੜਾ ਉਹ ਬਾਰਡਰ ਦੇ ਵੱਲ ਹੈਗਾ। ਔਰ 50 ਕਿਲੋਮੀਟਰ ਦੀ ਬੈਲਟ ਜਦੋਂ ਕ੍ਰਾਸ ਕਰਕੇ ਕੋਈ ਚੀਜ਼ ਅੰਦਰ ਆ ਜਾਂਦੀ ਹੈ ਤਾਂ ਪੰਜਾਬ ਪੁਲਿਸ ਲਈ ਇੱਕ ਸਿੱਧੇ ਤਰੀਕੇ ਨਾਲ ਉਸ ਨੂੰ ਦੇਖਣਾ, ਉਹਨੂੰ ਇੰਟਰਸੈਪਟ ਕਰਨਾ, ਉਹਨੂੰ ਰੋਕਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਤਾਂ ਸੋਰਸਿਸ ਦੇ ਥਰੂ ਹੀ ਕੁਝ ਉਹਨਾਂ ਨੂੰ ਪਤਾ ਚੱਲੇ ਤਾਂ ਪਤਾ ਚੱਲੇ, ਨਹੀਂ ਤਾਂ ਜਿਹੜਾ ਇੱਕ ਫਿਜ਼ੀਕਲ ਸਾਈਟ ਦੇ ਥਰੂ, ਕਿਉਂਕਿ ਜਦੋਂ ਬਾਰਡਰ ਦੇ ਥਰੂ ਕੋਈ ਚੀਜ਼ ਆਏਗੀ ਤਾਂ ਨਜ਼ਰ ਆਉਂਦੀ ਹੈ ਉਹ ਚੀਜ਼, ਜਾਂ ਉੱਪਰੋਂ ਬਾਈ 에ਅਰ ਆਏਗੀ ਤਾਂ ਨਜ਼ਰ ਆਉਂਦੀ ਹੈ ਉਹ ਚੀਜ਼। ਪਰ ਜਦੋਂ ਇੱਕ ਵਾਰੀ ਉਹ ਲੈਂਡ ਕਰ ਗਈ, ਕਿਸੇ ਦੇ ਹੱਥ ਵਿੱਚ ਪੈ ਗਈ, ਕਿਸੇ ਦੀ ਗੱਡੀ 'ਚ ਰੱਖ ਦਿੱਤੀ ਗਈ, ਕਿਸੇ ਬਾਕਸ ਵਿੱਚ ਰੱਖ ਦਿੱਤੀ ਗਈ, ਉਦੋਂ ਪੰਜਾਬ ਪੁਲਿਸ ਲਈ ਉਹਨੂੰ ਰੋਕਣਾ ਜਾਂ ਉਹਨੂੰ ਲੱਭਣਾ ਜਿਹੜਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਜੇ ਸਭ ਤੋਂ ਅਸਰਦਾਰ ਆਪਾਂ ਸਟੈਪ ਅਗਰ ਲੈ ਸਕਦੇ ਹਾਂ ਤਾਂ ਉਹ ਬਾਰਡਰ ਤੇ ਹੀ ਲੈ ਸਕਦੇ ਹਾਂ। ਜੈਬੰਸ ਜੀ, ਦੇਖੋ ਮੈਂ ਸਵਾਲ ਕਰਾਂ ਉਸ ਤੋਂ ਪਹਿਲਾਂ ਉਹ ਕਹਿ ਰਹੇ ਨੇ ਕਿ ਤੁਸੀਂ ਇਸ਼ੂ ਨੂੰ ਡਾਇਲੂਟ ਕਰ ਰਹੇ ਹੋ, ਪਰ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਜੇ ਬਾਰਡਰ ਦੇ ਉੱਤੇ ਡਰੋਨ ਉੱਡ ਰਿਹਾ ਹੈ ਤਾਂ ਫਿਰ ਉਹ ਜ਼ਿੰਮੇਵਾਰੀ ਹੈ ਕਿਸ ਦੀ ਵਾਕਈ, ਕਿ BSF ਨੂੰ ਨਾ ਸਵਾਲ ਕੀਤਾ ਜਾਵੇ ਕਿ ਦੇਖੋ ਡਰੋਨ ਉੱਡ ਰਿਹਾ ਹੈ ਤੇ ਇਸ ਦੇ ਜ਼ਰੀਏ ਨਸ਼ਾ ਜਾਂ ਹਥਿਆਰ ਆਇਆ ਤੇ ਅਸੀਂ ਤੁਹਾਨੂੰ ਸਵਾਲ ਕਰ ਰਹੇ ਹਾਂ। ਹਾਂ ਗੌਰਵ ਜੀ, ਦੇਖੋ ਅਸੀਂ ਦੋਵੇਂ ਫੌਜੀ ਇੱਥੇ ਬੈਠੇ ਹੋਏ ਆ, ਪਰ ਸਾਡੀ ਡਿਬੇਟ ਕਰਨ ਦੇ ਤਰੀਕੇ ਦੇ ਵਿੱਚ ਥੋੜਾ ਜਿਹਾ ਫਰਕ ਹੈ। ਅਗਰ ਤੁਸੀਂ ਦੇਖੋਗੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਪੰਜਾਬ ਪੁਲਿਸ ਆਪਣਾ ਕੰਮ ਨਹੀਂ ਕਰ ਰਹੀ ਹੈ। ਸਾਨੂੰ ਆਪਣੀਆਂ ਸਿਕਿਉਰਿਟੀਜ਼ ਦੇ ਉੱਤੇ ਕੌਨਫੀਡੈਂਸ ਹੋਣੀ ਚਾਹੀਦੀ ਹੈ। ਮੈਨੂੰ ਪੰਜਾਬ ਪੁਲਿਸ ਦੇ ਉੱਤੇ ਪੂਰੀ ਕੌਨਫੀਡੈਂਸ ਹੈ। ਪਤਾ ਨਹੀਂ ਮਲਹੋਤਰਾ ਸਾਹਿਬ ਏਡੇ ਡਿਫੈਂਸਿਵ ਹੋ ਕੇ ਪੰਜਾਬ ਪੁਲਿਸ ਨੂੰ ਇਸ ਤਰੀਕੇ ਦੇ ਨਾਲ ਡਿਫੈਂਡ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨੂੰ ਡਿਫੈਂਡ ਕਰਨ ਦੇ ਟਾਈਮ BSF ਨੂੰ ਥੱਲੇ ਕਰ ਰਹੇ ਨੇ। ਇਹ ਗੱਲਾਂ ਠੀਕ ਨਹੀਂ ਹੁੰਦੀਆਂ ਨੇ। ਮੈਂ ਹਜੇ ਵੀ ਇਹ ਕਹਿਣਾ ਕਿ ਇਹ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ, ਜਿਹਦੇ 'ਚ ਇੱਕ ਲੈਵਲ ਦੇ ਉੱਤੇ ਇੱਕ ਦੀ ਹੁੰਦੀ ਹੈ, ਦੂਸਰੇ ਲੈਵਲ ਦੇ ਉੱਤੇ ਦੂਸਰੇ ਦੀ ਹੁੰਦੀ ਹੈ। ਮੈਂ ਇੱਕ ਜਾਣਿਆ ਮਾਨਾ ਇੰਟਰਨੈਸ਼ਨਲ ਸਿਕਿਉਰਿਟੀ ਐਨਾਲਿਸਟ ਹਾਂ, ਕਾਊਂਟਰ ਇੰਸਰਜੈਂਸੀ, ਕਾਊਂਟਰ ਟੈਰਰਿਸਟ ਐਕਸਪਰਟ ਹਾਂ ਜੀ। ਮਲਹੋਤਰਾ ਸਾਹਿਬ ਨੇ ਵੀ ਪੂਰੀ ਨੌਕਰੀ ਕੀਤੀ ਹੈ ਇਹਨਾਂ ਚੀਜ਼ਾਂ ਦੇ ਵਿੱਚ, ਉਹ ਵੀ ਮੇਰੇ ਜਿੰਨੇ ਹੀ ਐਕਸਪਰਟ ਨੇ। ਤੇ ਮੈਂ ਤੇ ਇਹ ਕਹਾਂਗਾ ਕਿ ਸਾਨੂੰ ਆਪਣੀ ਕਿਸੇ ਵੀ ਸਿਕਿਉਰਿਟੀ ਏਜੰਸੀ ਨੂੰ ਥੱਲੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਪੋਲਿਟਿਕਸ ਦੇ ਵਿੱਚ। ਜਿਹੜਾ ਪੁਆਇੰਟ ਹੈ ਉਹ ਕਰਨਾ ਹੈ। ਹਾਂ, ਉਹ ਦੂਸਰਾ ਇਹਨਾਂ ਨੇ ਕਿਹਾ ਕਿ ਇਕਵਿਪਮੈਂਟ ਮੈਨ ਪਾਵਰ ਟ੍ਰੇਨਿੰਗ। ਹੁਣ ਪਿਛਲੀ ਵਾਰੀ ਜਦੋਂ ਮੈਂ ਤੁਹਾਡੇ ਇੱਥੇ ਆਇਆ ਸੀਗਾ ਤੇ ਮੈਂ ਹੀ ਇਹ ਰੇਜ਼ ਕੀਤਾ ਸੀਗਾ ਪੁਆਇੰਟ ਕਿ ਸਿਕਿਉਰਿਟੀ ਲੋਕਾਂ ਦੀ ਬਚਾਉਣ ਤੋਂ ਜ਼ਿਆਦਾ ਚੰਗਾ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਪੁਲਿਸ ਫੋਰਸ ਦੀ ਇਕਵਿਪਮੈਂਟ ਟ੍ਰੇਨਿੰਗ ਤੇ ਮੈਨ ਪਾਵਰ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਦੇ 'ਚ ਕਈ ਹਜ਼ਾਰ ਲੋਕ ਜਿਹੜੇ ਰਿਟਾਇਰ ਹੋ ਗਏ ਨੇ ਪੰਜਾਬ ਪੁਲਿਸ ਦੇ ਵਿੱਚ, ਉਹ ਵੈਕੈਂਸੀਆਂ ਪਿਛਲੀਆਂ ਗਵਰਨਮੈਂਟਸ ਨੇ ਭਰੀਆਂ ਨਹੀਂ ਨੇ। ਤੇ ਚਲੋ ਪਿਛਲੀਆਂ ਗਵਰਨਮੈਂਟਸ ਨੇ ਨਹੀਂ ਭਰੀਆਂ, ਉਹਨਾਂ ਕੋਲ ਪੈਸੇ ਨਹੀਂ ਸੀਗੇ, ਤੇ ਅਗਰ ਇਹ ਬਿਜਲੀ ਪਾਣੀ ਦੀ ਸਬਸਿਡੀ ਘੱਟ ਕਰ ਦੇਣ ਜਾਂ ਉਹਦੇ ਉੱਤੇ ਗੱਲਾਂ ਘੱਟ ਕਰ ਦੇਣ ਤੇ ਉਹ ਆਪਣੀ ਪੰਜਾਬ ਪੁਲਿਸ ਦੀ ਰਿਕਰੂਟਮੈਂਟ ਜ਼ਿਆਦਾ ਕਰ ਦੇਣ ਤੇ ਸ਼ਾਇਦ ਇਹ ਪੰਜਾਬ ਦਾ ਜ਼ਿਆਦਾ ਭਲਾ ਕਰਨਗੇ ਰਾਦਰ ਦੈਨ ਗਿਵਿੰਗ ਦ ਫ੍ਰੀਬੀਜ਼ ਦੈਟ ਦੇ ਹੈਵ ਪ੍ਰੋਮਿਸਡ। ਪਰ ਇਹਨਾਂ ਦਾ ਜਿਹੜਾ ਪੂਰਾ ਇਹਨਾਂ ਦਾ ਜੋ ਥਰਸਟ ਹੈਗਾ ਉਹ ਫ੍ਰੀਬੀਜ਼ ਦੇ ਉੱਤੇ ਹੀ ਹੈ ਕਿ ਅਸੀਂ ਕਿਸੇ ਤਰ੍ਹਾਂ ਪੈਸੇ ਬਚਾ ਕੇ ਜਾਂ ਸੈਂਟਰ ਕੋਲੋਂ ਪੈਸੇ ਲੈ ਕੇ ਫ੍ਰੀਬੀਜ਼ ਦੇ ਦਈਏ। ਸੋ ਮੈਂ ਫਿਰ ਤੋਂ ਇਹ ਕਹਾਂਗਾ, ਮੈਂ ਇਹਨਾਂ ਦੀ ਗੱਲ ਮੰਨਣਾ, ਇਕਵਿਪਮੈਂਟ ਮੈਨ ਪਾਵਰ ਐਂਡ ਟ੍ਰੇਨਿੰਗ ਪੰਜਾਬ ਪੁਲਿਸ ਨੂੰ ਬਹੁਤ ਜ਼ਰੂਰੀ ਹੈ ਅੰਡਰ ਦ ਸਰਕਮਸਟੈਂਸਿਸ। ਇਹਨਾਂ ਨੂੰ ਸੈਂਟਰ ਕੋਲੋਂ ਹੈਲਪ ਲੈ ਕੇ ਤੇ ਆਪਣੀ ਪੰਜਾਬ ਪੁਲਿਸ ਨੂੰ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ 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 ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਵਿਚਾਲੇ ਸਾਡੇ ਨਾਲ HDIG BSF ਜੁੜੇ ਨੇ RK ਭਾਰਗਵ ਜੀ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਦੇ ਉੱਤੇ ਤੁਹਾਡਾ। आई होप भार्गव जी मेरी आवाज़ ਤੁਹਾਡੇ ਤੱਕ पहुंच रही होगी। हाँ जी, आवाज़ आपकी आ रही है, धन्यवाद जी।
सर देखिए, चर्चा इसी मुद्दे पर हो रही है कि जो पंजाब के बॉर्डर के ऊपर, जो इंटरनेशनल बॉर्डर के ऊपर लगातार ड्रोन दिख रहे हैं। मैं सीधा आपसे सवाल, बहुत लेट थोड़ा सा आप चर्चा में शामिल हुए, लेकिन बहुत सीधा सवाल जानना चाहूंगा कि कोर रिस्पॉन्सिबिलिटी क्या बीएसएफ की समझी जाए अगर पाकिस्तान की तरफ से ड्रोन के जरिए हथियार और नशा पंजाब या हिंदुस्तान में आ रहा है? देखिए, पहली चीज तो ड्रोन की जो टेक्नोलॉजी है या जो ड्रोन का इस्तेमाल है, जी। ये अभी एक लेटेस्ट फिनोमिना है जी। और उस चीज को समझने के लिए, उस पर काउंटर एक्शन लेने के लिए थोड़ा टाइम लगता है। मैं ये नहीं कह सकता कि उसमें पंजाब पुलिस की कितनी रिस्पॉन्सिबिलिटी है। हाँ, लेकिन बीएसएफ का होने के नाते मुझे ये पता है कि बीएसएफ को क्या करना चाहिए, या मैं अगर उस जगह पर होता तो मैं क्या करता। सीधी बात यह है कि हमारे जवानों को उसके बारे में पता होना चाहिए कि ड्रोन किस तरह से आता है, किस तरह के टैक्टिक्स को इस्तेमाल करता है और किस तरह से उस ड्रोन को नष्ट किया जाए या उसके द्वारा जो भी हथियार या नशे वाली चीजें पंजाब के इलाके में गिराई जाती हैं उसको रोका जा सके। और एक चीज और भी है जो मैं बताता हूँ। देखिए, ये चीज ऐसी है जिसे हिंदुस्तान ही नहीं, दुनिया के किसी भी देश में 100% आज तक रोका नहीं गया है। देखिए, आसमान पूरा खुला होता है, उसके अंदर एक छोटी सी चीज आती है, आपके यहाँ हथियार या नशीले पदार्थ डाल के चली जाती है, आप क्या समझते हैं उसको आप 100% उसको रोक सकते हैं? आसमान में क्या आप जाल लगा सकते हैं कि वहां से कोई भी ड्रोन अंदर की तरफ नहीं आए? इसलिए ये कहना कि हाँ लापरवाही है किसी की, ये संभव नहीं है। बल्कि मैं ये कहूंगा कि ये तो पाकिस्तान की उसकी अपनी जालसाजी है कि वो किस तरह से इसको भेजता है, किस तरह से हथियार यहाँ पर अंदर भेजने की कोशिश करता है। देखिए, बीएसएफ लगी थी जम्मू एंड कश्मीर में, आर्मी भी लगी थी, लेकिन उसके बाद भी इन्फिल्ट्रेशन तो हुआ। इन्फिल्ट्रेटर्स आए यहाँ पर, उन्होंने आतंकवाद को फैलाया। तो क्या इसका मतलब यह है कि जो हमारी सिक्योरिटी फोर्सेस हैं, चाहे आर्मी हो या बीएसएफ हो, वो असफल हो गई? नहीं। लेकिन ये होता है कि देखिए, 300 जगह पर अगर हम सफल हुए हैं, सक्सेसफुल हुए हैं, और एक जगह पर कहीं किसी वजह से हम उसको चेज नहीं कर पाए, तो मीडिया में, प्रेस में और सब जगह ये हो जाता है कि देखिए वो लापरवाही हो गई और वहां से सामान आ गया, हथियार आ गया, मिलिटेंट आ गए, आतंकवादी आ गए। तो इस तरह का ये कहना कि इसमें जिम्मेवारी किसी की है या किसी को जिम्मेवार फिक्स कर देना, वो गलत है। सर, आपने बीएसएफ में बहुत देर सेवाएं दी हैं, लेकिन ये भी जानना चाहूंगा कि अगर मैं पंजाब के एंगल से अगर आप बता पाए कि बीएसएफ और पंजाब पुलिस में तालमेल कितना नजर आया आपको अपने कार्यकाल के दौरान? देखिए, जब मैं था पंजाब में भी मैं करीब 6 साल से ऊपर रहा हूँ जी। मुझे कभी कोई इस तरह की दिक्कत नहीं आई पंजाब पुलिस के साथ में और बीएसएफ के बीच में। हमें कभी कोई दिक्कत नहीं आई, हम अपना काम कर रहे थे, वो अपना काम कर रहे थे। बॉर्डर के ऊपर बहुत सी चीजें ऐसी होती हैं जो पुलिस के हाथ में होती हैं, जो बीएसएफ के हाथ में नहीं होती है, लेकिन कुछ चीजें ऐसी हैं जिसमें सीधे बीएसएफ एक्शन लेता है। बॉर्डर की फेंसिंग के दूसरी तरफ का काम है वो पूरा तरह से बीएसएफ का है। उस तरफ पुलिस वाले नहीं जाते हैं, इलाका उनका भी होता है, उनको भी जाना पड़ता है। अगर कोई इंसिडेंट हो जाती है, किसी मिलिटेंट को बीएसएफ मार देती है, तो उसकी आगे की कार्रवाई के लिए उस पुलिस को बुलाया जाता है, पुलिस अपना काम करती है। लेकिन मैंने ये कभी फील नहीं किया कि बीएसएफ और पंजाब पुलिस के बीच में कोई टसल है या कोई उनके टफ पार है, मुझे ऐसा कभी नहीं लगा। सर, एक और चीज जाननी चाहता हूं, क्योंकि पंजाब के बॉर्डर पर ज्यादातर इलाकों में फेंसिंग हो रखी है, आप ज्यादा जानते हैं इन चीजों के बारे में। तो 500-550 किलोमीटर का पूरा इलाका, अगर मैं पंजाब के ही बॉर्डर का जिक्र करूं, तो क्या प्रैक्टिकल पॉसिबल है कि आप इन पूरे इलाकों में पेट्रोलिंग रखें और कोई अगर ड्रोन आ रहा है तो उसको रोका जा सके और हर ड्रोन को रोक लिया जाए? देखिए, फेंसिंग है, जिस समय फेंसिंग नहीं थी उस समय ड्रोन नहीं थे, तो इसलिए ये देखा गया कि किस तरह से जो उधर से नशीले पदार्थ आते हैं या मिलिटेंट आते हैं, इन्फिल्ट्रेटर्स आते हैं, उनको किस तरह रोका जाए। तो एक आइडिया आया कि यहाँ पर फेंसिंग लगाई जाए, उसके पीछे बीएसएफ हो जो रेगुलर पेट्रोलिंग करे, ताकि उधर से कोई अगर आता है तो उसको पकड़ा जा सके या उसको खत्म किया जा सके। जी बिल्कुल। अब फेंसिंग के बाद में उन्होंने एक नया तरीका निकाला है ड्रोन से सामान को यहाँ गिराने का। अब ड्रोन जो है फेंसिंग के ऊपर से आता है और उसकी हाइट कितनी होती है, किस इलाके में निकल के जाता है, दिन में भी जा सकता है,
रात में भी जा सकता है, क्योंकि उसका कंट्रोलर तुम्हारे पीछे बैठा हुआ है उधर। बिल्कुल। और उस पूरे इलाके को हम 100% नहीं रोक सकते। उसको 100% रोकने की बात भी करना एक तरह से एक गलत संदेश देता है। हाँ, ये है, हमारी कोशिश ये होती है, बीएसएफ की कोशिश ये होती है कि उसको जहां तक हो सके ना आने दिया जाए, जहां तक हो सके उसको गिरा दिया जाए, नष्ट कर दिया जाए। और ये सोचना कि हम उसको बिल्कुल रोक देंगे, ये गलत होगा। इससे हमारी जो एफिशिएंसी है उसके बहुत फर्क पड़ेगा। चलिए सर, शुक्रिया, धन्यवाद हमारे साथ जुड़ने के लिए। आपने बहुत तफसील में बताया और उम्मीद है लोगों तक ये बात पहुंची होगी। ਸਾਡੇ ਨਾਲ ਆਰਕੇ ਭਾਰਗਵ ਜੀ ਜੁੜੇ, ਸਾਬਕਾ ਡੀਆਈਜੀ ਨੇ ਬੀਐਸਐਫ ਦੇ, ਤੇ ਉਹਨਾਂ ਦੇ ਵੱਲੋਂ ਜੋ ਚੀਜ਼ਾਂ ਦੱਸੀਆਂ ਗਈਆਂ ਨੇ ਬਹੁਤ ਅਹਿਮ ਨੇ, ਕਿਉਂਕਿ ਉਹ ਪੰਜਾਬ ਦੇ ਬਾਰਡਰਸ ਦੇ ਉੱਤੇ 6 ਸਾਲ ਤੱਕ ਰਹੇ ਨੇ ਜਦੋਂ ਬੀਐਸਐਫ ਦੇ ਲਈ ਸੇਵਾਵਾਂ ਦੇ ਰਹੇ ਸਨ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਜੈਬਾਨ ਜੀ, ਸਮਾਂ ਆਪਣੇ ਕੋਲ ਪੂਰਾ ਮੈਂ ਇੱਕ ਰਿਐਕਸ਼ਨ ਤੁਹਾਡਾ ਜ਼ਰੂਰ ਚਾਹਾਂਗਾ, ਕਿਉਂਕਿ ਤਾਲਮੇਲ ਦੀ ਕਮੀ, ਭਾਰਗਵ ਸਾਹਿਬ ਸਾਡੇ ਨਾਲ ਜੁੜੇ ਸਨ, ਉਹ ਕਹਿੰਦੇ ਤਾਲਮੇਲ ਦੀ ਕਮੀ ਮੈਨੂੰ ਨਜ਼ਰ ਕਦੇ ਨਹੀਂ ਆਈ ਪੰਜਾਬ ਪੁਲਿਸ ਔਰ ਬੀਐਸਐਫ ਦੇ ਵਿਚਾਲੇ। ਤਾਂ ਹੁਣ ਸਵਾਲ ਇਹ ਹੈ, ਜੇ ਆਪਾਂ ਹੁਣ ਕਨਕਲੂਡ ਕਰੀਏ ਇਸ ਪੂਰੀ ਚਰਚਾ ਨੂੰ, ਕਿ ਕਦਮ ਚੁੱਕਣੇ ਕੀ ਚਾਹੀਦੇ ਆ? ਸਿਆਸੀ ਤੌਰ ਦੇ ਉੱਤੇ ਬਿਆਨਬਾਜ਼ੀਆਂ ਚੱਲਦੀਆਂ ਰਹਿਣਗੀਆਂ, ਪਰ ਡਰੋਨ ਵਾਲੀ ਤਾਂ ਸਮੱਸਿਆ ਬਹੁਤ ਵੱਡੀ ਲੱਗਦੀ ਹੈ ਕਿ ਇੱਥੇ ਤਾਂ ਕੋਈ ਫੈਂਸਿੰਗ ਦੀ मतलब कोई मदद नहीं मिल सकती फेंसिंग दी, और रात के समय दिन के समय ड्रोन कितनी हाइट तो अंदर आ गया, कितने तक चला गया, बहुत सारे चैलेंजेस नजर आते हैं। गौरव जी देखो, ड्रोन की समस्या, पहली गल तो भार्गव जी ने बहुत एक्सपीरियंस्ड आदमी ने, मैं जिन्ने पॉइंट दिते सीगे वो सारे उन्होंने मेरा समर्थन कर दिता कि 100% इनफिल्ट्रेशन रुक नहीं सकती। तो पहले तालमेल बहुत ज्यादा सीगा, हुण तालमेल है नहीं। तो दूसरा मैं तुहानूं दस देवां कि ड्रोन की टेक्नोलॉजी एडी कोई मतलब खास नहीं है। अगर तुसीं नोटिस करोगे तो पिछले साल तो लैके हुण तक बहुत सारे ड्रोन वापस जा रहे हैं, बिकॉज उन्होंने लैंडिंग की फैसिलिटी नहीं मिल रही है। तो ये ऐसी कोई गल नहीं है जिहड़ी कि असीं सॉर्ट आउट नहीं कर सकते। असीं इहदे कोलों पहले बहुत वड्डे चैलेंजेस असीं सॉर्ट आउट कीते होए ने। जो रिक्वायर्ड है वो इहो ही है, मल्टी एजेंसी सेंटर्स एंड शेयर्ड इंटेलिजेंस, बिल्कुल तालमेल बिटवीन द स्टेट एंड द सेंट्रल गवर्नमेंट एंड द होम मिनिस्ट्रीज, दोनों दियां सारियां एक दूसरे नाल तालमेल करन। मैं आम आदमी पार्टी नूं फिर ये रिक्वेस्ट करांगा कि तुसीं पॉलिटिक्स नूं साइड दे विच रखो, सिक्योरिटी नूं साइड दे विच रखो, ते सिक्योरिटी दे वास्ते तुसीं थोड़ी मैच्योरिटी दिखाओ। छोटी पार्टी है, नवीं पार्टी है, इन्हां नूं इस गल दी समझ जल्दी तो जल्दी आ जाए तो पंजाब दे वास्ते बेटर होएगा। ठीक है, मल्होत्रा साहब तुहाडा फाइनल कमेंट चाहूंगा, क्योंकि लोग भी जानना चाहते हैं कि वाकई पॉलिटिक्स होंदी रहेगी या एडी वड्डी समस्या इस समय देश के सामने, पंजाब के सामने, उसनूं लैके भी दोवें स्टेट ते सेंटर गवर्नमेंट कुछ आपस च गलबात करनगियां? मल्होत्रा साहब, आवाज आ रही है मेरी? तो लग रहा है कि उन्होंने तक आवाज नहीं पहुंच रही, कुछ नैटवर्क इशू नजर आ रहा है। चलो, बहुत बहुत धन्यवाद साडे नाल जुड़न दे लई, इस पूरी गलबात दे लई। मल्होत्रा साहब तुहाडा भी, जयबंश जी तुहाडा भी धन्यवाद साडे नाल जुड़न दे लई, और भार्गव साडे नाल जुड़े, उन्हां दा भी बहुत बहुत धन्यवाद साडे नाल जुड़न दे लई। खैर, बहुत सीरीयस इशू तो नजर आउंदा है कर दित्ती गई जदों घुसपैठ की कोशिश हुंदी सी हिंदुस्तान दे विच। पंजाब दी जिहड़ी पाकिस्तान दे नाल लगदा इंटरनेशनल बॉर्डर है, उत्थे फेंसिंग कीती गई, कंडे वाली तार लगा दित्ती गई ताकि कोई टप के इधर वाले पासे ना आ सके। पर यह समस्या नवीं है, यह समस्या हवा दे विच आउंदी है, और ड्रोन के जरिए हथियार, नशा पंजाब दे विच, हिंदुस्तान दे विच सप्लाई कर दिता जाता है। खैर, सियासत एक पासे, पर किते ना किते इस पूरे मुद्दे उत्ते बहुत गंभीरता दे नाल सोचण, विचारन ते एक्शन लैण दी जरूरत नजर आउंदी है। और उम्मीद करते हैं पंजाब सरकार, केंद्र दी सरकार दोवें मिलके कोई ना कोई इस ड्रोन दा तोड़ भी जल्दी कढ लैणगे। प्राइम टाइम दे विच अज दे लई इन्ना।